ਸਤਨਾਮ ਵਾਹਿਗੁਰੂ ਸਾਹਿਬ ਜੀਓ। ਖੱਤਰੀ ਜਾਤ ਜਿਤਕ ਜਿਸ ਦੇਸ਼, ਗ੍ਰਾਮ ਕੇ ਨਗਰ ਬਸੰਤ ਅਸ਼ੇਸ਼। ਇਕ ਘਰ ਏਕ ਰਜਤ ਪਣ ਦੈ ਕੇ, ਮਿਲੈ ਤੋਹੇ ਨਮਰੀ ਸਿਰ ਕਹਿ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਸੁਖਾਂ ਦੇ ਦਾਤੇ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ, ਗੁਰੂ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਜਿੱਥੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ। ਗੁਰੂ ਪਿਆਰਿਆਂ ਪਾਸੋਂ ਗੁਰਮਤਿ ਵਿਚਾਰਾਂ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਗੁਰਬਾਣੀ ਕੀਰਤਨ ਗੁਰਬਾਣੀ ਵਿਚਾਰਾਂ ਸਰਵਣ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜੋ ਸਾਨੂੰ ਮਾਰਗ ਦਿੱਤਾ ਹੈ, ਆਤਮਿਕ ਤੌਰ 'ਤੇ ਸਭ ਤੋਂ ਉੱਚੇ ਉੱਠਣ ਦੇ ਲਈ ਸਤ ਸੰਗਤ ਅਤੇ ਗੁਰਬਾਣੀ ਮਹਾਨ ਦਾਤ ਹੈ। ਸਤਿਗੁਰੂ ਜੀ ਨੂੰ ਸਿੱਧਾ ਨੇ ਪੁੱਛਿਆ ਸੀ, ਤੁਹਾਡੇ ਕੋਲ ਕਿਹੜੀ ਕਰਾਮਾਤ ਹੈ? ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਨੂੰ ਤੁਸੀਂ ਕਰਾਮਾਤ ਕਹਿੰਦੇ ਹੋ ਨਾ, ਸਾਡੀਆਂ ਨਜ਼ਰਾਂ 'ਚ ਕੋਈ ਖਾਸ ਚੀਜ਼ ਨਹੀਂ ਹੈ, ਸਾਡੇ ਕੋਲ ਨਾਮ ਦੀ ਕਰਾਮਾਤ ਹੈ। ਔਰ ਸਿੱਧਾਂ ਦਾ ਅਗਲਾ ਸਵਾਲ ਸੀ, ਇਹ ਨਾਮ ਦੀ ਕਰਾਮਾਤ ਮਿਲਦੀ ਕਿੱਥੋਂ ਹੈ? ਤੇ ਸਤਿਗੁਰੂ ਜੀ ਦਾ ਬਸ ਸੀ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਸਤ ਸੰਗਤ ਅਤੇ ਗੁਰਬਾਣੀ ਸਾਡਾ ਓਟ ਆਸਰਾ ਹੈ। ਇਹ ਦਿਨ ਉਹ ਚੱਲ ਰਹੇ ਨੇ ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਨੁੱਖਤਾ ਦੇ ਉੱਪਰ ਰਹਿਮਤ ਕਰਦਿਆਂ, ਕਿਰਪਾ ਦ੍ਰਿਸ਼ਟ ਕਰਦਿਆਂ, ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਆਪਣੀ ਬਾਣੀ ਤੱਕ ਭਗਤ ਜਨਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਨੂੰ ਸੰਕਲਿਤ ਕਰਕੇ ਇੱਕ ਬੀੜ ਦੇ ਰੂਪ, ਜਿਹਨੂੰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ, ਉਸ ਦਾ ਪਹਿਲਾ ਪ੍ਰਕਾਸ਼ ਅੱਜ ਦੇ ਦਿਹਾੜੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਕਰਦੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਖੀਰ ਤੇ ਇੱਕ ਬਚਨ ਲਿਖਿਆ, ਜਿਹਨੂੰ ਆਪਾਂ ਐਲਾਨਨਾਮਾ ਕਹਿੰਦੇ ਹਾਂ, ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ ਇੱਕ ਥਾਲ ਮਨੁੱਖਤਾ ਨੂੰ ਪਰੋਸ ਕੇ ਸਤਿਗੁਰੂ ਜੀ ਨੇ ਦਿੱਤਾ ਹੈ, ਜਿੱਥੇ ਸਤ ਸੰਤੋਖ ਦੀ ਵਿਚਾਰ ਹੈ, ਅੰਮ੍ਰਿਤ ਨਾਮ ਦੀ ਵਿਚਾਰ ਹੈ। ਜਿਹੜਾ ਇਹਨੂੰ ਖਾ ਲਏਗਾ, ਪਚਾ ਲਵੇਗਾ, ਉਹਦਾ ਉਧਾਰ ਹੋਏਗਾ। ਪਰ ਯਕੀਨਨ ਇਹ ਸੱਚ ਹੈ ਕਿ ਦੁਨੀਆ ਹਨੇਰੇ ਵਿੱਚ ਹੈ, ਹਨੇਰੇ ਵਿੱਚੋਂ ਰਸਤਾ ਭਾਲਦੀ ਹੈ ਦੁਨੀਆ, ਪਰ ਉਹ ਰਸਤਾ ਕੇਵਲ ਤਾਂ ਕੇਵਲ ਇਸ ਪਦਾਰਥ ਦੇ ਰਾਹੀਂ ਮਿਲਣਾ। ਜਿਹੜਾ ਇਸ ਨੂੰ ਪ੍ਰਾਪਤ ਕਰ ਲਏਗਾ, ਉਹਦਾ ਉਧਾਰ ਹੋਏਗਾ। ਇਹਦੇ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਸਤਿਗੁਰੂ ਜੀ ਦੇ ਬਚਨ ਕੇ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸਕਾ ਸਭ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸਕਾ ਹੋਏ ਉਧਾਰੋ। ਇਹ ਬਸ ਤਜੀ ਨਹਿ ਜਾਈ, ਨਿਤ ਨਿਤ ਰਖ ਉਰਥਾਰੂ। ਤਮ ਸੰਸਾਰ ਚਰਨ ਲਗ ਤਰੀਏ। ਤਮ ਦਾ ਅਰਥ ਹੈ ਹਨੇਰਾ। ਸੰਸਾਰ ਦੇ ਵਿੱਚ ਹਨੇਰਾ ਹੈ, ਇਸ ਹਨੇਰੇ ਚੋਂ ਨਿਕਲਣ ਦਾ ਰਸਤਾ ਗੁਰੂ ਕੇ ਚਰਨ, ਗੁਰੂ ਕੀ ਪਵਿੱਤਰ ਬਾਣੀ ਹੈ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਤੇ ਸਾਰੇ ਥਾਵਾਂ ਤੇ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਗੁਰਬਾਣੀ ਦੀ ਮਹਿਮਾ ਗਾਇਨ ਕਰਦੇ ਇੱਕ ਬੜਾ ਪਿਆਰਾ ਬਚਨ ਕਿਹਾ, ਕਿ ਜਿਵੇਂ ਸਮੁੰਦਰ ਵਿੱਚ ਬੜੇ ਬੜੇ ਅਮੋਲਕ ਰਤਨ ਹੁੰਦੇ ਨੇ, ਪਰ ਜਿਹੜੇ ਹੰਸ ਨੇ, ਮਰਜੀਉੜੇ ਨੇ, ਉਹ ਉਹਨਾਂ ਰਤਨਾਂ ਨੂੰ ਲੱਭ ਲੈਂਦੇ ਨੇ। ਜਿਵੇਂ ਪਰਬਤ ਵਿੱਚ ਸੋਨਾ, ਪਾਰਸ ਆਦਿ ਕੀਮਤੀ ਵਸਤੂਆਂ ਹੁੰਦੀਆਂ ਨੇ, ਪਰ ਪਰਬਤ ਨੂੰ ਪੁੱਟਣ ਵਾਲਾ ਖਨਵਾਰਾ ਉਹਨੂੰ ਲੱਭ ਕੇ ਲੋਕਾਂ ਤੱਕ ਪਹੁੰਚਾ ਦਿੰਦਾ ਹੈ। ਜਿਵੇਂ ਜੰਗਲ ਵਿੱਚ ਚੰਦਨ ਵਰਗੀਆਂ ਕੀਮਤੀ ਲੱਕੜੀਆਂ ਹੁੰਦੀਆਂ ਨੇ, ਪਰ ਕੋਈ ਅਤਾਰ ਉੱਥੇ ਪਹੁੰਚ ਕੇ ਲੋਕਾਂ ਤੱਕ ਇਹ ਪਦਾਰਥ ਪਹੁੰਚਾਉਂਦਾ ਹੈ। ਭਾਈ ਸਾਹਿਬ ਜੀ ਕਹਿੰਦੇ ਬਿਲਕੁਲ ਇਸ ਤਰ੍ਹਾਂ ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੀ। ਗੁਰਬਾਣੀ ਵਿੱਚ ਸਾਰੇ ਪਦਾਰਥ ਨੇ, ਜੋ ਖੋਜੇਗਾ ਉਹ ਮਿਲ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਸਮੁੱਚੀ ਮਾਨਵਤਾ ਦੀ ਅਮੋਲ ਵਿਰਾਸਤ ਹੈ। ਇਹ ਸਮੁੱਚੀ ਮਾਨਵਤਾ ਦੀ ਕਲਿਆਣ ਦੇ ਲਈ ਹੈ। ਇਹ ਕੋਈ ਇੱਕ ਫਿਰਕੇ ਲਈ, ਇੱਕ ਮਨੁੱਖ ਦੇ ਲਈ, ਇੱਕ ਜਾਤ, ਇੱਕ ਬਰਾਦਰੀ ਲਈ ਨਹੀਂ ਹੈ। ਇਹ ਸਮੁੱਚੀ ਮਾਨਵਤਾ ਦੇ ਉਧਾਰ ਦੇ ਲਈ ਹੈ। ਕਿ ਗੁਰੂ ਸਾਹਿਬਾਂ ਨੇ ਗੁਰਬਾਣੀ ਦੀ ਵਡਿਆਈ ਕਰਨੇ ਇੱਕ ਗੱਲ ਕਹੀ ਸੀ, ਸਮਾਂ ਆਏਗਾ ਜਿਵੇਂ ਪਾਣੀ ਦੇ ਉੱਪਰ ਤੇਲ ਨਹੀਂ ਪਸਰ ਜਾਂਦਾ, ਇਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਭਾਵ ਸਮੁੱਚੀ ਮਾਨਵਤਾ 'ਤੇ ਪਸਰੇਗਾ। ਇਸ ਕਰਕੇ ਆਪਾਂ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸਰਨ ਵਿੱਚ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਗੁਰੂ ਕੇ ਸਿੱਖ ਹੋਣ ਦਾ ਭਾਗ ਪ੍ਰਾਪਤ ਹੋਇਆ ਹੈ।
ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਰਸਿੱਖਾਂ ਦੀ ਮਹਿਮਾ ਕਰਦਿਆਂ ਇੱਕ ਬਚਨ ਕਿਹਾ ਸੀ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੇ ਗੁਰ ਚਰਣੀ ਸਿੱਖ ਪੜ੍ਹਤੇ ਆ, ਜਿਹੜੇ ਗੁਰੂ ਚਰਨਾਂ ਨਾਲ ਜੁੜ ਗਏ। ਗੁਰੂ ਦੇ ਚਰਨ ਕੀ ਨੇ? ਗੁਰੂ ਕਾ ਸ਼ਬਦ, ਗੁਰੂ ਕੀ ਪਵਿੱਤਰ ਬਾਣੀ। ਜਿੱਥੇ ਆਪ ਜੀ ਨੇ ਗੁਰਮਤਿ ਵਿਚਾਰਾਂ ਦਾ ਆਨੰਦ ਮਾਣਿਆ ਹੈ, ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਆਪ ਜੀ ਹਰ ਰੋਜ਼ ਕਥਾ ਵਿਚਾਰ ਸਰਵਣ ਕਰਦੇ ਹੋ। ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਜੀ ਵਿੱਚ ਬੈਠ ਕੇ ਜੀਵਾਂ ਦਾ ਉਧਾਰ ਕਰ ਰਹੇ ਨੇ। ਬੇਅੰਤ ਸੰਗਤਾਂ ਗੁਰੂ ਕੇ ਹਜ਼ੂਰ ਆ ਕੇ ਨਾਮਦਾਨ ਪ੍ਰਾਪਤ ਕਰ ਰਹੀਆਂ ਨੇ। ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਗੁਰਮਤਿ ਮਾਰਗ ਦੀ ਅਰੰਭਤਾ ਕੀਤੀ, ਜਿਉਂ-ਜਿਉਂ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਸ਼ੁਰੂ ਹੋਇਆ, ਕਿਉਂ ਗੁਰਮਤਿ ਦੀ ਵਿਰੋਧਤਾ ਕਰਨ ਵਾਲੇ ਵੀ ਪ੍ਰਗਟ ਸ਼ੁਰੂ ਹੋ ਗਏ। ਔਰ ਸਮੇਂ-ਸਮੇਂ ਤੇ ਕੁਝ ਰਾਜਨੀਤਿਕ ਲੋਕਾਂ ਨੇ, ਕੁਝ ਅਖੌਤੀ ਧਾਰਮਿਕ ਲੋਕਾਂ ਨੇ ਗੁਰਮਤਿ ਪੰਥ ਦੀ ਰੱਜ ਕੇ ਵਿਰੋਧਤਾ ਕੀਤੀ। ਆਪ ਜੀ ਇੱਕ ਪ੍ਰਸੰਗ ਸਰਵਣ ਕਰ ਰਹੇ ਹੋ ਕਿ ਗੋਇੰਦਵਾਲ ਵਿੱਚ ਰਹਿਣ ਵਾਲੇ ਮਰਵਾਇਆਂ ਨੇ ਪਹਿਲਾਂ ਸਤਿਗੁਰੂ ਜੀ ਦੀ ਵਿਰੋਧਤਾ ਕੀਤੀ, ਉੱਥੋਂ ਦੇ ਜਿਹੜੇ ਖੋਜੇ ਮੁਸਲਮਾਨ ਸਨ ਉਹਨਾਂ ਨੇ ਵਿਰੋਧਤਾ ਕੀਤੀ। ਇਹਨਾਂ ਲੋਕਾਂ ਦੀ ਸਹਿ ਵਿੱਚ ਆ ਕੇ ਹਕੂਮਤ ਵੱਲੋਂ ਵੀ ਸਮੇਂ-ਸਮੇਂ ਤੇ ਕੁਝ ਲੋਕ ਵਿਰੋਧੀ ਆਉਂਦੇ ਰਹੇ। ਬੀਰਬਲ ਇੱਕ ਅਕਬਰ ਦਾ ਵਜ਼ੀਰ ਹੋਇਆ ਔਰ ਇਹਦਾ ਨਾਮ ਪਹਿਲਾਂ ਮਹੇਸ਼ ਦਾਸ ਸੀ। ਅਕਬਰ ਦਾ ਇੱਕ ਵਿਆਹ ਜਿਹੜਾ ਸੀ ਜੈਪੁਰ ਦੇ ਇਲਾਕੇ 'ਚ ਹੋਇਆ, ਇਹ ਦਾਜ ਵਿੱਚ ਹੀ ਆਇਆ ਸੀ। ਬੜਾ ਸ਼ਾਤਰ, ਬੜਾ ਚਲਾਕ ਮੰਤਰੀ ਸੀ, ਇਹਨੂੰ ਆਪਣੇ ਨੌ ਰਤਨਾਂ 'ਚ ਗਿਣਦਾ ਸੀ। ਇੱਕ ਵੇਰਾ ਕਿਸੇ ਮੁਹਿੰਮ ਤੇ ਜਾ ਰਿਹਾ ਸੀ, ਰਸਤੇ ਵਿੱਚ ਇਹਨੂੰ ਇੱਕ ਪਰਵਾਨਾ ਦੇ ਦਿੱਤਾ ਗਿਆ ਕਿ ਤੂੰ ਬ੍ਰਾਹਮਣ ਹੈ, ਕਿਉਂਕਿ ਬ੍ਰਾਹਮਣ ਚਾਹੁੰਦਾ ਕਿ ਮੇਰੀ ਪੂਜਾ ਹੋਵੇ। ਉਹਨੇ ਇੱਕ ਗੱਲ ਕਹੀ ਕਿ ਜਿਹੜਾ ਕੋਈ ਵੀ ਰਸਤੇ 'ਚ ਖੱਤਰੀ ਮਿਲੇ ਉਹ 1 ਰੁਪਈਆ 1 ਟਕਾ ਜ਼ਰੂਰ ਦੇਵੇ। ਇਹ ਪਰਵਾਨਾ ਸਾਰੇ ਥਾਵਾਂ ਤੇ ਪਹੁੰਚਾ ਦਿੱਤਾ। ਇਹ ਗੋਇੰਦਵਾਲ ਵੀ ਆਇਆ। ਵੈਸੇ ਇਹ ਘਟਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੇਲੇ ਹੀ ਹੈ, ਬਹੁਤੇ ਇਤਿਹਾਸਕਾਰਾਂ ਨੇ ਇਵੇਂ ਅੰਕਿਤ ਕੀਤਾ ਹੈ। ਪਰ ਭਾਈ ਸੰਤੋਖ ਸਿੰਘ ਜੀ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੇਲੇ ਨਾਲ ਸੰਬੰਧਿਤ ਦੱਸ ਰਹੇ ਨੇ। ਜਿਵੇਂ ਇਹ ਬੀਰਬਲ ਗੋਇੰਦਵਾਲ ਹੁੰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਇਹਦਾ ਵਾਦ ਵਿਵਾਦ ਹੁੰਦਾ ਹੈ, ਉਦੋਂ ਬਾਅਦ ਜੋ ਘਟਨਾਵਾਂ ਵਾਪਰਦੀਆਂ ਨੇ ਇਹ ਪ੍ਰਸੰਗ ਆਪਾਂ ਨੇ ਸਰਵਣ ਕਰਨਾ ਹੈ ਜੀ। ਆਓ ਸਤਿਗੁਰੂ ਜੀ ਦੇ ਪਿਆਰ 'ਚ ਜੁੜੀਏ, ਗੁਰੂ ਚਰਨਾਂ ਦਾ ਧਿਆਨ ਧਰਦਿਆਂ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖੱਤਰੀ ਜਾਤ ਜਿਤਕ ਜਿਸ ਦੇਸ਼, ਗ੍ਰਾਮ ਕੇ ਨਗਰ ਬਸੰਤ ਅਸ਼ੇਸ਼। ਇਹਦੇ ਲਈ ਇੱਕ ਉਚੇਚਾ ਪਰਵਾਨਾ ਜਾਰੀ ਕਰ ਦਿੱਤਾ ਗਿਆ ਕਿ ਜਿਸ ਇਲਾਕੇ 'ਚ ਤੂੰ ਜਾਏ, ਜਿੱਥੇ ਵੀ ਖੱਤਰੀ ਜਾਤ ਨਾਲ ਸੰਬੰਧਿਤ ਲੋਕ ਹੋਣ, ਭਾਵੇਂ ਪਿੰਡਾਂ ਵਿੱਚ ਹੋਣ, ਭਾਵੇਂ ਸ਼ਹਿਰਾਂ ਵਿੱਚ ਹੋਣ, ਇੱਕ ਘਰ ਏਕ ਰਜਤ ਬਣ ਦੇ ਕੇ, ਮਿਲੇ ਤੋਏ ਨਮਰੀ ਸਿਰ ਕਹਿ ਕੇ। ਇੱਕ ਘਰ 'ਚੋਂ ਇੱਕ ਰਜਤ ਬਣ ਤੈਨੂੰ ਮਿਲੇਗਾ, ਉਸ ਵੇਲੇ ਦਾ ਸਿੱਕਾ ਹੋਏਗਾ, ਮੋਹਰ ਹੋਏਗੀ, ਤੈਨੂੰ ਨਿਮਰਤਾ ਦੇ ਨਾਲ ਅੱਗੋਂ ਦੀ ਆ ਕੇ ਮਿਲਣਗੇ, ਤੇਰੀ ਪੂਜਾ ਕਰਨਗੇ। ਇਮ ਸਭ ਲਿਖ ਦਈ ਕਰ ਹਾਥ, ਲਈ ਬੀਰਬਲ ਹੋਏ ਮਦ ਸਾਥ। ਇਦਾਂ ਦੀ ਇੱਕ ਲਿਖਤ ਹਕੂਮਤ ਵੱਲੋਂ ਇਹਨੂੰ ਦੇ ਦਿੱਤੀ ਗਈ ਤੇ ਬੀਰਬਲ ਇਹ ਲਿਖਤ ਲੈ ਕੇ ਬੜਾ ਪ੍ਰਸੰਨ ਹੋਇਆ ਹੈ। ਦਿੱਲੀ ਤੇ ਚੜ ਚੱਲ ਕਰ ਆਇਓ, ਵੱਡ ਲਸ਼ਕਰ ਜੇ ਸੰਗ ਸਿਧਾਇਓ। ਬਹੁਤ ਵੱਡੀ ਫੌਜ ਲੈ ਕੇ, ਕਿਉਂਕਿ ਇਹਨੂੰ ਕਿਸੇ ਮੁਹਿੰਮ ਤੇ ਭੇਜਿਆ ਜਾ ਰਿਹਾ ਹੈ, ਬੜੀ ਵੱਡੀ ਫੌਜ ਲੈ ਕੇ ਇਹ ਚੱਲ ਪਿਆ ਹੈ। ਜਾਏ ਦੇਸ਼ ਜਿਸ ਉਤਰੈ ਸੋਏ, ਖਤਰੀ ਆਨ ਮਿਲੇ ਸਭ ਕੋਏ। ਜਿਸ ਵੀ ਇਲਾਕੇ 'ਚ ਜਾ ਕੇ ਉਤਰਦਾ ਉਸ ਇਲਾਕੇ ਦੇ ਖੱਤਰੀ ਆ ਕੇ ਇਸ ਨੂੰ ਮਿਲਦੇ ਹਨ। ਗਿਨ ਗਿਨ ਕਰਨ ਰਜਤ ਬਣ ਦੇਤ, ਖੋਜ ਖੋਜ ਤਿਸ ਕੇ ਨਰ ਲੇਤ। ਔਰ ਹਰ ਕੋਈ ਜਿਹੜਾ ਹੈ ਇਹਨੂੰ ਇੱਕ ਰਜਤਪਣ ਉਸ ਵੇਲੇ ਦਾ ਜੋ ਰੁਪਈਆ ਸੀ ਦਿੰਦਾ ਹੈ, ਤੇ ਖੋਜ ਖੋਜ ਕੇ ਲੱਭੇ ਜਾਂਦੇ ਨੇ ਘਰ ਕੇ ਖੱਤਰੀਆਂ ਦੇ, ਕੋਈ ਰਹਿ ਨਾ ਜਾਏ ਬਾਕੀ। ਹਿਮ ਹੀ ਕਰਤ ਬਏ ਵੱਡ ਭੀਰ, ਉਤਰਿਓ ਆਨ ਬਿਬਾਸਾ ਤੀਰ। ਇਵੇਂ ਇਹ ਪਿੰਡਾਂ ਚੋਂ ਇਹ ਪੈਸੇ ਗਰਾਉਂਦਾ ਹੋਇਆ ਚੱਲਦਾ ਚੱਲਦਾ ਗੋਇੰਦਵਾਲ ਸਾਹਿਬ ਜੀ ਵਿਖੇ ਆ ਗਿਆ। ਇਹਦੀ ਸਾਰੀ ਫੌਜ ਜਿਹੜੀ ਸੀ ਉੱਥੇ ਉਤਰ ਗਈ। ਕਰੀ ਸਕੇਲਨ ਤਰਨੀ ਕਨੀ, ਤਰ ਕਰ ਪਾਰ ਬਰੀ ਸਭ ਅਨੀ। ਦਰਿਆ ਤੋਂ ਪਹਿਲਾਂ ਪਾਰ ਕਰਨ ਦੇ ਲਈ ਬਹੁਤ ਸਾਰੀਆਂ ਬੇੜੀਆਂ ਇਕੱਠੀਆਂ ਕੀਤੀਆਂ ਗਈਆਂ ਔਰ ਬੇੜੀਆਂ ਦੇ ਰਾਹੀਂ ਆਪਣੀ ਫੌਜ ਨੂੰ ਪਾਰ ਕੀਤਾ ਹੈ। ਗੋਇੰਦਵਾਲ ਸਿਵਰ ਕੋ ਘਾਲਾ, ਬਿਪਰ ਬੀਰਬਲ ਚਮੂ ਬਿਸਾਲਾ। ਸਿਵਰ ਕਹਿੰਦੇ ਨੇ ਡੇਰੇ ਨੂੰ। ਇਹ ਗੋਇੰਦਵਾਲ ਸਾਹਿਬ ਜੀ ਦੇ ਨੇੜੇ ਆ ਕੇ ਨੇ ਡੇਰਾ ਲਗਾ ਲਿਆ। ਇਹਦੀ ਸਾਰੀ ਫੌਜ ਜਿਹੜੀ ਸੀ ਆ ਕੇ ਟਿਕ ਗਈ। ਔਰ ਮੈਂ ਪ੍ਰਵਸ਼ੇ ਨਰਮਤਹੀਨ, ਘਰ ਖਤਰੀਨ ਖੋਜ ਕਰ ਲੀਨ। ਇਹਨੇ ਆਪਣੇ ਫੌਜੀ ਨਗਰ ਵਿੱਚ ਭੇਜ ਦਿੱਤੇ ਕਿ ਪਤਾ ਕਰੋ ਇੱਥੇ ਖੱਤਰੀਆਂ ਦੇ ਕਿੰਨੇ ਘਰ ਨੇ। ਉਹਨਾਂ ਦੇ ਹਿਸਾਬ ਨਾਲ ਉਹਨਾਂ ਕੋ ਉੱਥੋਂ ਰੁਪਈਏ ਇਕੱਠੇ ਕਰ ਲਿਆਵੋ। ਆਏ ਦੀਵਾਨ ਬੀਰਬਲ ਬੈਠਾ, ਮਿਲੋ ਸਕਲ ਦੇ ਘਰ ਤੁਮ ਭੇਟਾ। ਔਰ ਖੱਤਰੀਆਂ ਦੇ ਘਰਾਂ 'ਚ ਜਾ ਕੇ ਇਹ ਸੁਨੇਹਾ ਦਿੱਤਾ ਗਿਆ
ਕਿ ਬੀਰਬਲ ਆਇਆ ਹੈ ਜਿਹੜਾ ਅਕਬਰ ਦਾ ਦੀਵਾਨ ਹੈ, ਤੁਸੀਂ ਸਾਰੇ ਆ ਕੇ ਉਹਨੂੰ ਮਿਲੋ ਤੇ ਜੋ ਉਹਦੇ ਰਜਪਣ ਰੁਪਈਏ ਬਣਦੇ ਉਸ ਨੂੰ ਦੇ ਦਿਓ। ਸੁਨ ਕਰ ਗੁਰ ਸੰਬੰਧੀ ਕਨੇ ਅਬਰ ਮਿਲੇ ਕਸ਼ ਗੁਰ ਟਿਗ ਭਨੇ। ਹੁਣ ਉੱਥੇ ਜ਼ਿਆਦਾ ਗੁਰੂ ਪਿਆਰ ਵਾਲੇ ਸਨ, ਕੁਝ ਗੁਰੂ ਸਾਹਿਬ ਜੀ ਦੇ ਸੰਗੀ ਸਨ, ਕੋਈ ਗੁਰੂ ਸਾਹਿਬ ਦੇ ਰਿਸ਼ਤੇਦਾਰ ਵੀ ਸਨ। ਉਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ, ਉਹਨਾਂ ਸਤਿਗੁਰੂ ਜੀ ਨੂੰ ਇਹ ਗੱਲ ਦੱਸੀ ਹੈ। ਆਗਿਆ ਦਿਓ ਜਥਾ ਹਮ ਕਰੈ ਨਾਏ ਤਬ ਪਰ ਦ્વੈ ਕੋ ਧਰੈ। ਉਹਨਾਂ ਨੂੰ ਇਹ ਗੱਲ, ਉਹਨਾਂ ਨੇ ਸਤਿਗੁਰੂ ਜੀ ਨੂੰ ਇਹ ਗੱਲ ਕਹੀ, ਮਹਾਰਾਜ ਬੀਰਬਲ ਆਇਆ ਹੈ, ਇਵੇਂ ਕਹਿੰਦਾ ਹੈ, ਤੁਸੀਂ ਸਾਨੂੰ ਹੁਕਮ ਦਿਓ ਕਿ ਅਸੀਂ ਕੀ ਕਰਨਾ ਹੈ, ਉਹਦੇ ਨਾਲ ਕੀ ਵਿਹਾਰ ਕਰਨਾ ਹੈ। ਸ਼੍ਰੀ ਗੁਰ ਅਮਰ ਬਨਿਓ ਜੁਗ ਜਾਵੋ ਹਮਰੀ ਦਿਸ ਦੇ ਬਾਖ ਸੁਨਾਵੋ। ਸਤਿਗੁਰੂ ਜੀ ਨੇ ਗੱਲ ਕੀ ਕਿ 2 ਜਾਣੇ ਜਾਵੋ, ਸਾਡੇ ਵੱਲੋਂ ਜਾ ਕੇ ਉਹਨੂੰ ਇੱਕ ਸੁਨੇਹਾ ਦੇ ਦਿਓ। ਏ ਗੁਰਪੁਰ ਜਾਨੋ ਉਰ ਮਾਹੀ ਕਾਰ ਵਿਹਾਰ ਕਰਤ ਕੋ ਨਾਹੀ। ਇਹ ਗੁਰਪੁਰੀ ਹੈ, ਇੱਥੇ ਤੇ ਦੁਨੀਆ ਆ ਕੇ ਭੇਟਾਵਾਂ ਅਰਪਣ ਕਰਦੀ ਹੈ। ਇੱਥੇ ਕੋਈ ਇਹ ਨਹੀਂ ਕਿ ਕਾਰੋਬਾਰ ਚੱਲ ਰਹੇ ਨੇ ਜਾਂ ਇੱਥੇ ਕੋਈ ਬਿਜ਼ਨਸ ਚੱਲ ਰਹੇ ਨੇ। ਇੱਥੇ ਤੈਨੂੰ ਕੋਈ ਚੀਜ਼ ਨਹੀਂ ਦਿੱਤੀ ਜਾਵੇਗੀ। ਜੋ ਪਰਮੇਸ਼ਰ ਦੇਤ ਬਿਠਾਏ ਸੋ ਅਚ ਔਰਨ ਦੇ ਅਚਵਾਏ। ਜੋ ਪ੍ਰਮਾਤਮਾ ਸੰਗਤਾਂ ਦੇ ਰਾਹੀਂ ਇੱਥੇ ਭੇਜ ਦਿੰਦਾ ਹੈ, ਉਹੀ ਇੱਥੇ ਵਰਤਾ ਦਿੱਤਾ ਜਾਂਦਾ ਹੈ, ਲੋਕਾਂ ਨੂੰ ਛਕਾ ਦਿੱਤਾ ਜਾਂਦਾ ਹੈ। ਭੋਜਨ ਦੇ ਲਿਓ ਦੇਗ ਦੇ ਜੇਤਾ ਤੁਮਰੇ ਨਿਕਟ ਬੜੇ ਹਮ ਤੇਤਾ। ਹਾਂ, ਤੁਸੀਂ ਆ ਜਾਓ, ਲੰਗਰ ਚੋਂ ਪ੍ਰਸ਼ਾਦਾ ਪਾਣੀ ਛਕੋ, ਜੇ ਹੋਰ ਕੋਈ ਰਸਤ ਚਾਹੀਦੀ ਤੁਹਾਨੂੰ ਦੇ ਦਿੰਦੇ ਹਾਂ। ਨਹੀਂ ਰਜਤ ਬਣ ਲੇਤ ਨਾ ਦੇਤ ਇਹੀ ਰੀਤ ਹੈ ਗੁਰੂ ਨਿਕੇਤ। ਸਾਡੇ ਘਰ ਦੀ ਤੇ ਇਹ ਰੀਤ ਹੈ, ਨਾ ਅਸੀਂ ਰਜਤ ਬਣ ਲੈਨੇ ਆ ਤੇ ਨਾ ਕਿਸੇ ਨੂੰ ਦਿੰਨੇ। ਇੱਥੇ ਪਿਆਰ ਨਾਲ ਜੋ ਕੋਈ ਲਾਏ ਗੁਰੂ ਕੇ ਲੰਗਰਾਂ ਦੇ ਲਈ, ਉਹ ਵੀ ਵਰਤਾ ਦਿੱਤਾ ਜਾਂਦਾ ਹੈ। ਤਿਸ ਕੇ ਨਰਨ ਸੰਗ ਸਿੱਖ ਗਏ ਬੈਠਿਓ ਬੇਪਰ ਅਹੰਕ੍ਰਿਤ ਕਏ। ਜਿਹੜੇ ਆਏ ਸਨ ਬੁਲਾਉਣ ਵਾਲੇ ਸਤਿਗੁਰੂ ਜੀ ਦੇ ਨਗਰ ਵਿੱਚ ਲੋਕਾਂ ਨੂੰ, ਗੁਰਸਿੱਖ 2 ਵਿਅਕਤੀ ਗੁਰਸਿੱਖ ਜਿਹੜੇ ਸਨ ਉਹਨਾਂ ਨਾਲ ਚਲੇ ਗਏ, ਜਿੱਥੇ ਬੀਰਬਲ ਬੜੇ ਹੰਕਾਰ ਚ ਆਕੜ ਕੇ ਬੈਠਾ ਹੋਇਆ ਹੈ। ਖਰੇ ਹੋਏ ਕਰ ਬਾਤ ਸੁਨਾਈ ਸ਼੍ਰੀ ਨਾਨਕ ਗਾਦੀ ਇਸ ਥਾਈ। ਉਹਨਾਂ ਨੇ ਜਾ ਕੇ ਗੱਲ ਦੱਸੀ ਕਿ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੋ ਹੋਏ ਨੇ, ਉਹਨਾਂ ਦੀ ਗੱਦੀ ਤੇ ਤੀਸਰੇ ਸਥਾਨ ਤੇ ਬੈਠੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇੱਥੇ ਰਹਿੰਦੇ ਹਨ। ਸਿੱਧੀ ਥਾਨ ਗੁਰ ਅਮਰ ਸੁਹਾਏ ਸਿੱਖ ਸੰਗਤ ਉਪਜੇਸ਼ ਦ੍ਰਿੜਾਏ। ਉਹਨਾਂ ਦੀ ਗੱਦੀ ਤੇ ਤੀਸਰੇ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵਾਈਮਾਨ ਨੇ। ਇੱਥੇ ਉਹਨਾਂ ਦੇ ਦਰਸ਼ਨ ਦੀਦਾਰ ਕਰਨ ਲਈ ਸੰਗਤਾਂ ਬਾਹਰੋਂ ਚੱਲ ਕੇ ਆਉਂਦੀਆਂ ਹਨ। ਦੇਗ ਚਲਾਵਤ ਭੋਜਨ ਦੇਤ ਨੇ ਸੰਚੇ ਕੁਛ ਰਛੇ ਨਕੇਤ। ਇੱਥੇ ਤਾਂ ਨਿਤ ਦੇਗ ਵਰਤਦੀ ਰਹਿੰਦੀ ਹੈ, ਲੰਗਰ ਚੱਲਦਾ ਰਹਿੰਦਾ ਹੈ। ਨਾ ਕਿਸੇ ਕੋ ਅਸੀਂ ਰੁਪਈਏ ਲੈਨੇ ਤੇ ਨਾ ਕਿਸੇ ਨੂੰ ਦਿੰਨੇ ਆ। ਜੇ ਤੁਸੀਂ ਭੋਜਨ ਪਾਣੀ ਛਕਣਾ ਹੈ, ਛਕ ਲਵੋ ਆ ਕੇ। ਤਿਨ ਕੀ ਪੁਰੇ ਬਸੈ ਨਰ ਨਾਰੀ ਕਰੈ ਸਿਬਨ ਕੀ ਨਿਤ ਰਖਵਾਰੀ। ਇਸ ਕਰਕੇ ਇਹ ਗੁਰੂ ਕੀ ਨਗਰੀ ਹੈ, ਬੇਅੰਤ ਲੋਕੀ ਇੱਥੇ ਆ ਕੇ ਵਸਦੇ ਨੇ, ਸੁਖ ਮਾਣ ਰਹੇ ਹਨ। ਸਤਿਗੁਰੂ ਜੀ ਜੀਵਾਂ ਦੀ ਰਖਵਾਲੀ ਕਰਦੇ ਹਨ। ਧਾਰੋ ਸ਼ਰਦਾ ਚਹੋ ਆਹਾਰੇ ਤੋ ਆਨੇ ਜੇ ਤਕ ਗੁਰਦੁਆਰੇ। ਜੇ ਤੇ ਗੁਰੂ ਘਰ ਦੇ ਪ੍ਰਤੀ ਕੋ ਭਾਵਨਾ ਹੈ, ਲੰਗਰ ਪਾਣੀ ਛਕ ਲੋ, ਚਲੋ ਇੱਥੇ ਲਿਆ ਦਿੰਨੇ ਤੁਹਾਨੂੰ, ਜੇ ਤੁਸੀਂ ਛਕਣਾ ਹੈ ਤਾਂ। ਸੁਨ ਕੇ ਕਹਿਓ ਬੀਰਬਲ ਫੇਰ ਜੇ ਤਕ ਖਤਰੀ ਕੇ ਘਰ ਹੇਰ। ਕਿਉਂਕਿ ਹੰਕਾਰ ਸੀ, ਹੁਣ ਉਹਨੂੰ ਅਕਬਰ ਵੱਲੋਂ ਐਡਾ ਵੱਡਾ ਮਾਣ ਮਿਲਿਆ ਹੋਇਆ ਹੈ। ਹੰਕਾਰ ਵਿੱਚ ਉਹਨੇ ਗੱਲ ਕਹੀ ਕਿ ਇਹ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਪਰ ਜਿੰਨੇ ਖੱਤਰੀਆਂ ਦੇ ਘਰ ਨੇ ਉੱਥੋਂ ਮੋਹਰਾਂ ਰੁਪਈਏ ਜਿਹੜੇ ਇਕੱਤਰ ਕਰ ਲਿਆਵੋ। ਸਭ ਮਿਲ ਸੰਚ ਰਜਤ ਬਣ ਲਿਆਵੇ ਬੁਨਿਆ ਗਏ ਹਿਤ ਨਾਮ ਲਿਖਾਵੇ। ਸਾਰਿਆਂ ਕੋਲ ਰੁਪਈਏ ਇਕੱਠੇ ਕਰਕੇ ਲਿਆਓ, ਉਹਨਾਂ ਦੇ ਨਾਮ ਲਿਖ ਲਓ ਜਿਨ੍ਹਾਂ ਕੋਲੋਂ ਆਉਂਦੇ ਹਨ। ਕਰੇ ਬਹਾਨੇ ਨੇ ਮਿਟੇ ਲਿਓ ਔਰ ਧਾਰੇ। ਤੁਸੀਂ ਜੋ ਮਰਜ਼ੀ ਬਹਾਨੇ ਲਗਾਓ, ਪਰ ਇਹ ਜੋ ਰੁਪਈਏ ਤੁਹਾਨੂੰ ਦੇਣੇ ਪੈਣੇ ਨੇ, ਇਹ ਟਲਣਾ ਨਹੀਂ ਕੰਮ ਜਿਹੜਾ ਹੈ। ਜਿਸ ਕੇ ਗੁਰ ਤਿਸ ਕੇ ਬਨ ਰਹੋ ਹਮੇ ਸੁਨਾਵਨ ਹਿਤ ਹਮ ਕਮ ਕਹੋ। ਤੁਸੀਂ ਜਿਸ ਗੁਰੂ ਦੇ ਸੇਵਕ ਹੋ ਬਣੇ ਰਹੋ, ਪਰ ਸਾਨੂੰ ਇਹ ਗੱਲ ਨਾ ਸੁਣਾਓ। ਬੀਰਬਲ ਕਹਿੰਦਾ ਮੈਨੂੰ ਇਹ ਗੱਲ ਨਾ ਕਹੋ, ਤੁਸੀਂ ਬਣੇ ਰਹੋ। ਕੰਮ ਲਈ ਆਇਆ ਹਾਂ, ਉਹ ਕੰਮ ਜ਼ਰੂਰ ਹੋਵੇਗਾ। ਕਾਰ ਕਦੀਮੀ ਹਟੇ ਨਾ ਤਬ ਪਰ ਦੰਡ ਲੱਗੇ ਉਹ ਚੋਰੀ। ਇਹ ਤੇ ਦੰਡ ਸਾਰਿਆਂ ਨੂੰ ਦੇਣਾ ਪੈਣਾ। ਹਕੂਮਤਾਂ ਪ੍ਰਜਾ ਨੂੰ ਦੰਡ ਲਗਾਉਂਦੀਆਂ ਨੇ। ਆਪਾਂ ਦੇਖਦੇ ਹਾਂ ਇਹ ਬੀਰਬਲ ਦੀਵਾਨ ਹੈ, ਇਹਨੂੰ ਬੜੀ ਵੱਡੀ ਤਨਖਾਹ ਵੀ ਮਿਲਦੀ ਹੋਏਗੀ, ਔਰ ਵਜ਼ੀਰ ਹੈ, ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਲੇਕਿਨ ਵੱਡੇ ਵੱਡੇ ਵਜ਼ੀਰ ਮੰਗਤੇ ਬਣ ਜਾਂਦੇ ਨੇ, ਲੋਕਾਂ ਪਾਸੋਂ ਪੈਸੇ ਮੰਗਦੇ ਨੇ, ਉਹ ਵੀ ਜ਼ਬਰਦਸਤੀ ਮੰਗਦੇ ਨੇ। ਸਤਿਗੁਰੂ ਜੀ ਨੇ ਕਿਹਾ ਜੋਰੀ ਮੰਗੇ ਦਾਨ ਵੇਲਾ ਲੋ। ਕੱਲਾ ਉਸ ਵੇਲੇ ਨਹੀਂ ਸੀ ਮੰਗਦਾ, ਹਕੂਮਤਾਂ ਹਮੇਸ਼ਾ ਜੋਰੀ ਦਾਨ ਮੰਗਦੀਆਂ ਨੇ।
ਇਸ ਕਰਕੇ ਇਹੀ ਵਿਹਾਰ ਇਹਨੇ ਇੱਥੇ ਵਰਤਿਆ ਹੈ। ਸੁਨ ਕੇ ਸਿਖਿਆਨ ਮਨ ਹੋਇਆ ਏ ਸਤਿਗੁਰ ਨਿਕਟ ਬਿਰਤੰਤ ਸੁਨਾਏ। ਇਹਦੀਆਂ ਇਹ ਹੰਕਾਰੀ ਗੱਲਾਂ ਸੁਣ ਕੇ ਸਿੱਖ ਕੁਝ ਮਾਯੂਸ ਜੇ ਹੋ ਕੇ ਵਾਪਸ ਆ ਗਏ ਤੇ ਸਤਿਗੁਰ ਜੀ ਨੂੰ ਸਾਰੀ ਗੱਲ ਆ ਕੇ ਦੱਸੀ ਹੈ। ਇਹ ਦਿਜ ਹੰਕਾਰੀ ਨ ਜਾਣੈ ਕਰ ਮੇਰੋ ਅਬਦਿਓ ਬਖਾਨੇ। ਸਤਿਗੁਰ ਜੀ ਇਹ ਤੇ ਬੜਾ ਹੰਕਾਰੀ ਹੈ, ਇਹ ਸਮਝਣ ਲਈ ਤਿਆਰ ਨਹੀਂ ਹੈ। ਉਹ ਕਹਿੰਦੇ ਮੇਰਾ ਟੈਕਸ ਹੈ, ਇਹ ਤੁਹਾਨੂੰ ਦੇਣਾ ਹੀ ਪੈਣਾ ਹੈ। ਨਾਏ ਤਬਲ ਕੋ ਕਰੈ ਕੁਚਾਲੀ ਲਾਖੋਂ ਸੈਨਾ ਕੇ ਨਟ ਪਟ ਨਾਲੀ। ਸਤਿਗੁਰ ਜੀ ਇਹ ਕੁਚਾਲ ਚੱਲੇਗਾ ਕੋਈ, ਕਿਉਂਕਿ ਇਹਦੇ ਨਾਲ ਫੌਜ ਹੈ, ਇਹ ਆਪਣੀ ਤਾਕਤ ਵਰਤੇਗਾ, ਲੋਕਾਂ ਨੂੰ ਪਰੇਸ਼ਾਨ ਕਰੇਗਾ। ਸੁਨ ਸ਼੍ਰੀ ਅਮਰਦਾਸ ਮੁਸਕਾਏ ਜਿਨਹੁ ਜਗਤ ਪ੍ਰਭੁਦਾ ਕਿਤ ਪਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਦੀ ਇਹ ਗੱਲ ਸੁਣ ਕੇ ਮੁਸਕਰਾਏ। ਉਹ ਸਤਿਗੁਰ ਜੀ ਜਿਹੜੇ ਗੁਰਤਾ ਗੱਦੀ ਤੇ ਜਗਤ ਦੇ ਗੁਰੂ ਬਿਰਾਜਮਾਨ ਹਨ। ਮਦ ਕਰ ਅੰਧ ਹੋਤ ਮਤ ਬੋਰੇ ਆਪਣੇ ਸਾਹਮਣੇ ਜਾਣੇ ਔਰੇ। ਸਤਿਗੁਰ ਜੀ ਕਹਿਣ ਕਿ ਬੰਦਾ ਹੰਕਾਰ ਚ ਦਰਅਸਲ ਅੰਨਾ ਹੋ ਜਾਂਦਾ ਹੈ। ਗੁਰਬਾਣੀ ਦਾ ਇੱਕ ਬਚਨ ਕਿ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਜਦੋਂ ਮਨੁੱਖ ਦੀ ਸੁਰ ਤੇ ਮਾਇਆ ਦਾ ਅਸਰ ਪੈਂਦਾ, ਨਾ ਤਾਕਤ ਦਾ ਅਸਰ ਪੈਂਦਾ, ਉਹ ਫਿਰ ਅੰਨਾ ਹੋ ਜਾਂਦਾ। ਅੰਨੇ ਦਾ ਅਰਥ ਹੈ ਕਿ ਉਹਨੂੰ ਕੁਝ ਨਜ਼ਰ ਨਹੀਂ ਆਉਂਦਾ ਆਪਣੇ ਤੋਂ ਸਿਵਾ। ਬੋਲਾ ਹੋ ਜਾਂਦਾ, ਕਿਸੇ ਦੀ ਗਿਆਨ ਦੀ ਗੱਲ ਸੁਣ ਲਈ ਉਹ ਤਿਆਰ ਨਹੀਂ ਰਹਿੰਦਾ। ਸਤਿਗੁਰੂ ਜੀ ਇਹ ਦਰਸ ਕਹਿੰਦੇ ਕਿ ਇਹ ਦਰਅਸਲ ਅੰਨਾ ਹੋ ਚੁੱਕਾ ਹੈ, ਇਹ ਤੁਹਾਡੀ ਗੱਲ ਨਹੀਂ ਸੁਣੇਗਾ। ਬਿਨ ਗੁਰ ਸੇਵੈ ਹੋ ਸੰਤਾਪ ਠਾਨੈ ਮੂਰਖ ਬਹੁ ਬਿਦ ਪਾਪ। ਪਰ ਇਸ ਮੂਰਖ ਨੂੰ ਪਤਾ ਨਹੀਂ ਹੈ ਕਿ ਜ਼ਿੰਦਗੀ ਦੇ ਅੰਦਰ ਜੇ ਸੁੱਖ ਮੰਨਣਾ ਹੈ ਤੇ ਗੁਰੂ ਦੇ ਰਸਤੇ ਤੇ ਚੱਲ ਕੇ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਮਿਲਣਾ ਹੈ, ਲੇਕਿਨ ਇਸ ਨੂੰ ਇਹ ਪਤਾ ਨਹੀਂ ਹੈ। ਕਰਤ ਸਾਹਿਬੀ ਕੇ ਤਕ ਦਿਨ ਕੀ ਬਿਸਰ ਜਾਤ ਗਤ ਜਨਮ ਮਰਨ ਕੀ। ਉਹ ਸਤਿਗੁਰੂ ਜੀ ਕਹਿੰਦੇ ਕਈ ਇਹੋ ਜਿਹੇ ਆਏ ਨੇ, ਕਈ ਆਉਣੇ ਨੇ, 4 ਦਿਨ ਦੀ ਨੌਬਤ ਵਜਾ ਕੇ ਚਲੇ ਗਏ, ਇਹਨਾਂ ਨੇ ਵੀ ਚਲੇ ਜਾਣੇ। ਗੁਰਬਾਣੀ ਦਾ ਬਚਨ ਹੈ ਕਬੀਰ ਨੌਬਤ ਆਪਣੀ ਦਿਨ 10 ਲਿਹੋ ਬਜਾਏ ਨਦੀ ਨਾਮ ਸੰਜੋਗ ਜਿਉ ਬੌਰ ਨਾ ਮਿਲ ਹੈ ਆਏ। ਸਤਿਗੁਰੂ ਜੀ ਕਹਿੰਦੇ ਵੀ 4 ਕੁ ਦਿਨ ਆਪਣੀ ਸਾਹਿਬੀ ਆਪਣੀ ਨੌਬਤ ਵਜਾ ਕੇ ਚਲਿਆ ਜਾਏਗਾ। ਇਹਨੇ ਕਿਹੜਾ ਟਿਕੇ ਰਹਿਣਾ? ਪਹਿਲਾਂ ਵੀ ਜਿਹੜੇ ਆਏ ਉਹ ਟਿਕੇ ਨਹੀਂ ਹੈ, ਇਹਨੇ ਵੀ ਟਿਕਣਾ ਨਹੀਂ ਹੈ। ਕੋਈ ਘਬਰਾਉਣ ਦੀ ਲੋੜ ਨਹੀਂ ਹੈ ਇਹਦੇ ਕੋਲੋਂ। ਇਹੋ ਜਿਹੇ ਲੋਕ ਜਿਹੜੇ ਨੇ ਇਹ ਦੂਰ ਦ੍ਰਿਸ਼ਟੀ ਨਹੀਂ ਵਰਤਦੇ, ਕਿਉਂਕਿ ਜਦੋਂ ਤਾਕਤ ਆ ਜਾਂਦੀ ਹੈ ਨਾ ਬੰਦਾ ਅੰਨਾ ਹੋ ਜਾਂਦਾ ਹੈ। ਉਹ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪੈਂਦਾ ਹੈ, ਦੂਜਿਆਂ ਨੂੰ ਕੋਈ ਜਾਣਦਾ ਹੀ ਨਹੀਂ, ਕਿਸੇ ਰੱਬ ਦੀ ਕਿਸੇ ਧਰਮ ਦੀ ਉਹ ਕੋਈ ਪਰਵਾਹ ਨਹੀਂ ਕਰਦਾ। ਆਪਾਂ ਦੇਖਦੇ ਹਾਂ ਤਾਕਤ ਪ੍ਰਾਪਤ ਕਰਨ ਦੇ ਲਈ ਬੰਦਾ ਧਰਮ ਦਾ ਆਸਰਾ ਲੈਂਦਾ, ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ, ਲੇਕਿਨ ਧਰਮ ਉਹਦੇ ਨੇੜੇ ਨਹੀਂ ਗਿਆ ਹੁੰਦਾ। ਧਰਮ ਦੇ ਕੱਪੜੇ ਸਿਰ ਪਾਏ ਹੁੰਦੇ ਨੇ ਔਰ ਧਰਮ ਦੇ ਨਾਂ ਤੇ ਲੋਕਾਂ ਦੀ ਬਰਬਾਦੀ ਕਰ ਦਿੰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਬਹੁਤ ਆਏ ਨੇ, ਆਪਣੀ ਤਾਕਤ ਵਰਤਦੇ ਨੇ, ਆਖਰ ਤਬਾਹ ਹੋ ਕੇ ਇੱਥੋਂ ਚਲੇ ਜਾਂਦੇ ਹਨ। ਆਓ ਚਿਕ ਗਏ ਆਏ ਜਰਵਾਣਾ ਨਗਨੇ ਅਕਾ ਕੀ ਕਰੇ ਬਿਆਨਾ। ਪਰ ਇਹੋ ਜਿਹਿਆਂ ਨੂੰ ਪਤਾ ਹੀ ਨਹੀਂ ਲੱਗਦਾ, ਜਦੋਂ ਅਚਨਚੇਤ ਜਮਦੂਤ ਆਉਂਦੇ ਨੇ ਤੇ ਇਹਨਾਂ ਨੂੰ ਫੜ ਕੇ ਲੈ ਜਾਂਦੇ ਨੇ। ਫਿਰ ਗੁਰਬਾਣੀ ਇਹ ਗੱਲ ਕਹਿੰਦੀ ਉਹਨੇ ਕਰੜੇ ਪਾਏ ਹੱਥ, ਕਰੜੇ ਹੱਥ ਪੈਂਦੇ ਨੇ, ਪਤਾ ਹੀ ਨਹੀਂ ਲੱਗਦਾ ਕਿੱਧਰ ਇਹੋ ਜਿਹੇ ਚਲੇ ਜਾਂਦੇ ਹਨ। ਵੇਖੇ ਨ ਜਬ ਲੋ ਨਾਹਿਨ ਮਾਨੇ ਪਹੁੰਚੀ ਜਰਦਨ ਇਸ ਨੇ ਜਾਣੇ। ਇਸ ਕਰਕੇ ਜਿੰਨਾ ਚਿਰ ਇਹਦੇ ਸਿਰ ਤੇ ਉਹ ਡੰਡਾ ਖੜਕਿਆ ਨਾ ਉਹਨਾਂ ਚਿਰ ਮੰਨੇਗਾ ਨਹੀਂ। ਇਹਨੂੰ ਨਹੀਂ ਪਤਾ ਕਿ ਇਹਦੀ ਔਦ ਪੂਰੀ ਹੋ ਚੁੱਕੀ ਹੈ। ਬਿਰਮਿਓ ਮਾਇਆ ਮੋਹ ਜੋ ਮੀਠਾ ਪਰਚੋ ਚਿਤ ਬਿਨਤਾ ਸੁਤ ਈਠਾ। ਮਾਇਆ ਦਾ ਮੋਹ ਹੈ ਬੜਾ ਮਿੱਠਾ ਹੈ, ਉਹਦੇ ਵਿੱਚ ਇਹ ਪਰਚ ਗਿਆ ਹੈ। ਇਹਨੂੰ ਮਾਇਆ ਚੰਗੀ ਲੱਗਦੀ ਹੈ, ਆਪਣੇ ਪਰਿਵਾਰ ਚੰਗੇ ਲੱਗਦੇ ਮਨੁੱਖ ਨੂੰ, ਲੇਕਿਨ ਇਸ ਮਿੱਠੇ ਵਿੱਚ ਜੁੜ ਕੇ ਬੰਦਾ ਆਪਣੀ ਜ਼ਿੰਦਗੀ ਦੇ ਆਉਣ ਵਾਲੇ ਸਮੇਂ ਨੂੰ ਭੁੱਲ ਜਾਂਦਾ ਹੈ। ਸੁਨ ਸਿੱਖਿਆ ਨਿਪੁਨ ਬੁਝ ਠਾਨੇ ਇਸ ਕੋ ਕਿਵੇਂ ਉਪਾਵ ਹਮ ਜਾਣੇ। ਸਿੱਖ ਸਤਿਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਇਹਦਾ ਉਪਾਵ ਕੀ ਕਰੀਏ? ਇਹ ਹੁਣ ਆ ਬੈਠਾ ਨਗਰ ਵਿੱਚ, ਫੌਜ ਇਹਦੇ ਨਾਲ ਹੈ, ਹੰਕਾਰੀ ਹੈ, ਇਹਦੇ ਨਾਲ ਕੀ ਵਿਹਾਰ ਕੀਤਾ ਜਾਵੇ? ਕਰੇ ਅਵਗਿਆ ਦੇ ਬਿਖਾਦੂ ਜਿਸ ਕੇ ਗੁਰ ਮਹਿਮਾਨ ਯਾਦੂ। ਮਹਾਰਾਜ ਜੀ ਇਹਨੂੰ ਰੱਬ ਚੇਤੇ ਨਹੀਂ, ਗੁਰੂ ਦੀ ਇਹਨੇ ਕੀ ਪਰਵਾਹ ਕਰਨੀ ਹੈ? ਕਿਤੇ ਇੱਥੇ ਕੋਈ ਨਿਰਾਦਰ ਨਾ ਕਰੇ ਗੁਰੂ ਘਰ ਦਾ, ਗੁਰੂ ਕੀ ਨਗਰੀ 'ਚ ਕੋਈ ਇੱਥੇ ਕੋਈ ਝਗੜਾ ਨਾ ਖੜਾ ਕਰ ਦੇਵੇ। ਸਹਿਜ ਸੁਭਾ ਇੱਕ ਸਤਿਗੁਰ ਬੋਲੇ ਨਿਸ਼ਚੈ ਰਾਖੋ ਕਿਉਂ ਮਨ ਡੋਲੇ। ਬਨਵਾਦ ਸਤਿਗੁਰ ਜੀ ਸੋਤੇ ਸਿੱਧੀ ਬੋਲੇ ਕਿ ਤੁਸੀਂ ਘਬਰਾਉਂਦੇ ਕਿਉਂ? ਯਕੀਨ ਰੱਖੋ ਤੁਸੀਂ
ਕਿ ਜਿਹਦੇ ਹੁਕਮ ਚ ਆਇਆ ਇਹਨੇ ਚੱਲੇ ਵੀ ਜਾਣੇ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਦੇਖੋ ਕਹਾਂ ਕਰੇ ਕਰਤਾਰ, ਸਿਰ ਲਾਗੇ ਤੇ ਸਮਝ ਗਵਾਰ। ਦੇਖੀ ਜਾਓ ਪ੍ਰਮਾਤਮਾ ਕੀ ਕਰਦਾ ਹੈ, ਜਦੋਂ ਇਹਦੇ ਸਿਰ ਤੇ ਪਈ ਇਹਨੂੰ ਆਪਣੇ ਆਪ ਸਮਝ ਆ ਜਾਏਗੀ। ਜਾਏ ਬਿਲੋਕੋ ਤੈ ਤੁਮ ਦੋ, ਕਰੇ ਬਾਰ ਤੋ ਸੁਨਿਐ ਸੋਊ। ਤੁਸੀਂ ਜਾਓ ਫਿਰ ਉਹਦੇ ਕੋਲ, ਦੇਖੋ ਉੱਥੇ ਗੱਲਬਾਤ ਕੀ ਚੱਲ ਰਹੀ ਹੈ ਇਸ ਵੇਲੇ, ਉਹ ਕੀ ਚਾਹੁੰਦਾ ਹੈ ਕਰਨਾ। ਆਏ ਸਮਾਨ ਗਏ ਤਤਕਾਲਾ, ਬੈਠੇ ਜੇਠਾਂ ਪੌਰ ਵਿਸਾਲਾ। ਇਹ ਗੁਰੂ ਕੇ ਸਿੱਖ ਫੇਰ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਆ ਗਏ। ਜਿੱਥੇ ਬੀਰਬਲ ਬੈਠਾ ਸੀ ਉੱਥੇ ਬਾਰ-ਬਾਰ ਜੇ ਦਰਵਾਜ਼ੇ ਦੇ ਨੇੜੇ ਇਹ ਵੀ ਜਾ ਬੈਠੇ ਹਨ। ਤਿਸ਼ਨ ਅਕਬਰ ਕੇ ਪਰਵਾਨੇ, ਆਏ ਬੁੱਢ ਤੂਰਨ ਤਾਠਾਨੇ। ਅਜੇ ਇਹ ਬੈਠੇ ਨੇ, ਜਾ ਕੇ ਉਸ ਵੇਲੇ ਅਚਨਚੇਤ ਦਿੱਲੀ ਤੋਂ ਪਰਵਾਨੇ ਦਾ ਅਰਥ ਹੁੰਦਾ ਦੂਤ ਆ ਗਏ ਦੋ, ਜਿਨ੍ਹਾਂ ਨੇ ਆ ਕੇ ਇਹਨੂੰ ਇੱਕ ਚਿੱਠੀ ਫੜਾਈ ਹੈ। ਮਨਿਓ ਬੀਰਬਲ ਸੋ ਤਿਨ ਨਰਨ, ਇਸ ਬੁਰ ਮੈਂ ਗਨ ਖਤਰੀ ਬਰਨ। ਉਹ ਜਿਹੜੇ ਵਿਅਕਤੀ ਆਏ, ਦੂਤ ਆਏ, ਉਹ ਬੜੀ ਤੇਜ਼ੀ ਨਾਲ ਆਏ, ਬੜੀ ਕਾਹਲੀ ਵਿੱਚ ਆ ਕੇ ਇਹਨੂੰ ਮਿਲੇ ਤੇ ਆਉਂਦਿਆਂ ਉਹਨਾਂ ਨੇ ਅਕਬਰ ਦਾ ਸੁਨੇਹਾ ਦਿੱਤਾ ਕਿ ਐਸ ਵੇਲੇ ਤਤਸ਼ਨ, ਐਸੇ ਵੇਲੇ ਜਿੱਥੇ ਬੈਠਾ ਇਸ ਤੋਂ ਅੱਗੇ ਚੱਲ ਪਾ ਤੂੰ। ਅਬ ਲੋ ਹੁਕਮ ਮਾਨਨੇ ਆਏ, ਸੰਧਿਆ ਬਰੀ ਸੋ ਸਮਾਂ ਬਿਤਾਏ। ਔਰ ਉਸ ਵੇਲੇ ਇਸ ਨੇ ਆਪਣੇ ਪਹਿਲਾਂ ਬੰਦਿਆਂ ਨੂੰ ਇਹ ਗੱਲ ਕਹੀ ਹੈ ਕਿ ਇਸ ਪਿੰਡ ਵਿੱਚ ਜਿੰਨੇ ਖੱਤਰੀਆਂ ਦੇ ਘਰ ਨੇ, ਕੋਈ ਮੇਰੇ ਤੱਕ ਆਇਆ ਨਹੀਂ ਹੈ, ਕਿਸੇ ਨੇ ਮੇਰਾ ਹੁਕਮ ਮੰਨਿਆ ਨਹੀਂ ਹੈ। ਕਾਰਨ ਕੀ ਹੈ? ਹੁਕਮ ਆਪ ਕੋ ਹੋਏ ਜੋ ਕਰੇ, ਜਾਏ ਤਿਨੋਂ ਡਿਗ ਗਏ ਤ ਟਰੈ। ਔਰ ਇਹਦੇ ਵਿਅਕਤੀ ਕਹਿੰਦੇ ਕਿ ਜੋ ਤੁਹਾਡਾ ਹੁਕਮ ਹੋਏ ਅਸੀਂ ਉਵੇਂ ਕਰੀਏ, ਲੋਕਾਂ ਨਾਲ ਉਵੇਂ ਵਿਹਾਰ ਕਰੀਏ ਜਿਹੜੇ ਨਹੀਂ ਆਏ ਅਜੇ ਤੱਕ। ਕਹਿਓ ਬੀਰਬਲ ਅਬ ਨਿਸ ਪਰੀ, ਪ੍ਰਾਤ ਮੁਕਾਮ ਕਰੇ ਇਸ ਪੁਰੀ। ਬੀਰਬਲ ਕਹਿਣ ਲੱਗਾ ਹੁਣ ਤੇ ਪੈ ਗਈ ਹੈ ਰਾਤ, ਸਵੇਰ ਹੋਣ ਤੇ ਇਹਨਾਂ ਲੋਕਾਂ ਦੇ ਨਾਲ ਨਜਿੱਠ ਲਵਾਂਗੇ, ਇਹਨਾਂ ਨਾਲ ਗੱਲਬਾਤ ਕਰ ਲਵਾਂਗੇ। ਇਹ ਗੱਲਬਾਤ ਉੱਥੇ ਇਹ ਚੱਲ ਰਹੀ ਸੀ। ਤਬ ਸਭ ਕੋ ਗੈ ਕੇ ਮੰਗਵਾਵੇ, ਨਾਏ ਤਾਂ ਹੁਕਮ ਮਾਨ ਕਰ ਆਵੇ। ਸਵੇਰੇ ਇਹਨਾਂ ਸਾਰਿਆਂ ਨੂੰ ਜ਼ਬਰਦਸਤੀ ਬੰਨ ਕੇ ਇੱਥੇ ਲੈ ਆਂਦਾ ਜਾਏਗਾ। ਜੇ ਹੁਕਮ ਨਹੀਂ ਮੰਨਣਗੇ ਤੇ ਇਹਨਾਂ ਨਾਲ ਜ਼ਬਰਦਸਤੀ ਕੀਤੀ ਜਾਵੇਗੀ। ਭਇਓ ਤਿਮਰ ਸਿੱਖ ਸੁਨ ਕਰ ਆਏ, ਬਿਗੜੈ ਪ੍ਰਾਤੀ ਗੁਰਨ ਬਤਾਏ। ਸਿੱਖ ਇਹ ਗੱਲਬਾਤ ਸੁਣ ਕੇ ਆ ਗਏ, ਸਤਿਗੁਰੂ ਜੀ ਨੂੰ ਸਾਰੀ ਗੱਲ ਦੱਸੀ ਕਿ ਮਹਾਰਾਜ ਉਹ ਵਿਗੜਿਆ ਬੈਠਾ ਹੈ, ਬੜਾ ਹੰਕਾਰ ਵਿੱਚ ਹੈ, ਪਤਾ ਨਹੀਂ ਉਹ ਕੀ ਕਰ ਦੇਵੇਗਾ। ਕਹਿ ਸ਼੍ਰੀ ਅਮਰ ਮੁਕਾਮ ਨ ਕੋਏ, ਬੇਗ ਇਹਾਂ ਤੇ ਗਮਨੈ ਸੋਏ। ਕਹਿ ਸ਼੍ਰੀ ਅਮਰ ਮੁਕਾਮ ਨਾ ਹੋਏ। ਸਤਿਗੁਰੂ ਸਾਹਿਬ ਜੀ ਕਹਿਣਗੇ ਇਹਨੇ ਇੱਥੇ ਠਹਿਰਨਾ ਹੀ ਨਹੀਂ ਹੈ, ਸਵੇਰ ਤੱਕ ਇਹ ਇੱਥੇ ਰਹੇਗਾ ਹੀ ਨਹੀਂ, ਇਹਨੂੰ ਇੱਥੋਂ ਜਾਣਾ ਪਵੇਗਾ। ਨੈ ਚਿੰਤਾ ਚਿਤ ਬਿਖੈ ਵਿਚਾਰੋ, ਰਹੋ ਆਨੰਦਤ ਸਦਨ ਸਿਦਾਰੋ। ਸਤਿਗੁਰੂ ਜੀ ਕਹਿੰਦੇ ਤੁਸੀਂ ਚਿੰਤਾ ਨਾ ਕਰੋ, ਆਨੰਦ ਨਾਲ ਆਪੋ ਆਪਣੇ ਘਰਾਂ 'ਚ ਜਾ ਕੇ ਆਰਾਮ ਕਰੋ ਤੁਸੀਂ। ਸੁਨਿਓ ਬੀਰਬਲ ਜਬੈ ਪਰਵਾਨਾ, ਲਿਖੀ ਜਿਸੀ ਮੈਂ ਸ਼ੀਗਰ ਮਹਾਨਾ। ਉਧਰ ਦੋ ਵਿਅਕਤੀ ਜਿਹੜੇ ਦਿੱਲੀ ਤੋਂ ਬੜੀ ਤੇਜ਼ੀ ਨਾਲ ਚੱਲ ਕੇ ਆਏ, ਉਹਨਾਂ ਚਿੱਠੀ ਦਿੱਤੀ। ਗੱਲਬਾਤ ਤੋਂ ਵੇਲੇ ਹੋ ਕੇ ਨੇ ਚਿੱਠੀ ਪੜ੍ਹੀ ਹੈ। ਚਿੱਠੀ 'ਚ ਇਹ ਗੱਲ ਲਿਖੀ ਹੋਈ ਹੈ, ਤਿਸੀ ਦੇਸ਼ ਬਾਧੁੰਦ ਕਨੇਰਾ, ਲੂਟ ਕੂਟ ਲੀਨੋ ਦਲ ਡੇਰਾ। ਇਹਨੂੰ ਦਰਅਸਲ ਇਧਰ ਉਜ਼ਬੇਕ ਦੇ ਇਲਾਕੇ 'ਚ ਕਿਸੇ ਮੁਹਿੰਮ ਤੇ ਭੇਜਿਆ ਜਾ ਰਿਹਾ ਸੀ। ਉਸ ਇਲਾਕੇ 'ਚ ਬਹੁਤ ਤਗੜਾ ਝਗੜਾ ਹੋ ਗਿਆ, ਬਹੁਤ ਤਗੜਾ ਉਪਦਰਵ ਹੋ ਗਿਆ। ਇਵੇਂ ਕਹਿ ਲੋ ਕਿ ਖਾਨਾ ਜੰਗੀ ਮਚ ਗਈ, ਲੁੱਟ ਖੁੱਟ ਸ਼ੁਰੂ ਹੋ ਗਈ। ਤੇ ਅਕਬਰ ਨੇ ਉਚੇਚੇ ਤੌਰ ਤੇ ਇਸ ਨੂੰ ਇਹ ਗੱਲ ਲਿਖੀ ਹੈ, ਨੈ ਕਿਤ ਠਹਿਰ ਮੁਕਾਮ ਕਰੀਜੈ, ਦੀਹ ਮਜਲ ਤੇ ਤੈ ਪਹੁੰਚੀਜੈ। ਅਕਬਰ ਦੀ ਜਿਹੜੀ ਉੱਥੇ ਪਹਿਲਾਂ ਫੌਜ ਸੀ, ਉਸ ਫੌਜ ਨੂੰ ਵੀ ਲੁੱਟ ਲਿਆ ਗਿਆ, ਉਸ ਫੌਜ ਨੂੰ ਕੁੱਟ ਕੇ ਉੱਥੋਂ ਭਜਾ ਦਿੱਤਾ ਗਿਆ। ਅਕਬਰ ਨੇ ਉਚੇਚੇ ਤੌਰ ਤੇ ਇਸ ਨੂੰ ਇਹ ਸੁਨੇਹਾ ਭੇਜਿਆ, ਤੂੰ ਜਿੱਥੇ ਰੁਕਿਆ ਹੋਇਆ ਤੂੰ ਹੁਣ ਹੋਰ ਨਹੀਂ ਰੁਕ ਸਕਦਾ, ਇੱਥੋਂ ਅੱਗੇ ਚੱਲ ਕੇ ਜਲਦੀ ਅੱਗੇ ਦਾ ਪ੍ਰਬੰਧ ਕਰ। ਕਰੋ ਜਾਏ ਸਰ ਲਰੋ ਕਨੇਰੇ, ਦੀਰਗ ਲਸ਼ਕਰ ਹੈ ਸੰਗ ਤੇਰੇ। ਜਲਦੀ ਨਾਲ ਜਾ ਕੇ ਆਪਣੀ ਇਹ ਸਾਰੀ ਫੌਜ ਲੈ ਕੇ ਉਸ ਇਲਾਕੇ ਨੂੰ ਸੰਭਾਲ, ਉਸ ਜੰਗ ਦੇ ਮੈਦਾਨ ਵਿੱਚ ਪਹੁੰਚ। ਸੁਨ ਨਿਸ ਮੈਂ ਤਿਆਰੀ ਕਰਵਾਈ, ਵੱਡੀ ਬਰਾਤ ਤੇ ਹੋਈ ਚੜਾਈ। ਜਦੋਂ ਇਹਨੂੰ ਸੁਨੇਹਾ ਮਿਲਿਆ, ਰਾਤ ਨੂੰ ਹੀ ਤਿਆਰੀ ਸ਼ੁਰੂ ਕਰ ਦਿੱਤੀ। ਤੜਕਸਾਰ, ਵੱਡੀ ਪ੍ਰਾਤ ਦਾ ਅਰਥ ਹੈ ਕਿ ਤੜਕਸਾਰ ਉੱਥੋਂ ਇਸ ਨੂੰ ਚੱਲਣਾ ਪੈ ਗਿਆ। ਸਭ ਲਸ਼ਕਰ ਮੈਂ ਸੁਧ ਕਰ ਦੀਨ, ਨਿਸਬ ਤਾਵਨ ਤੇ ਠਾਕੀਨ। ਸਾਰੀ ਫੌਜ ਦੇ ਵਿੱਚ ਰਾਤ ਨੂੰ ਖਬਰ ਭੇਜ ਦਿੱਤੀ
ਕਿ ਥੋੜੀ ਰਾਤ ਬਤੀਤ ਕਰ ਲੋ ਤੇ ਤੜਕਸਾਰ ਇੱਥੋਂ ਚੱਲ ਪਵੋ। ਹੋਰ ਬਹੂਰ ਦੇ ਬਜੇ ਨਗਾਰੇ ਸੁਨ ਸਭ ਜੀਨ ਤੁਰੰਗਨ ਡਾਰੇ। ਅਜੇ ਜਦੋਂ ਤੜਕਸਾਰ ਹੋਈ ਨਗਾਰੇ ਵੱਜ ਗਏ ਇੱਥੋਂ ਚੱਲਣ ਦੇ, ਸਿਪਾਹੀਆਂ ਨੇ ਘੋੜਿਆਂ ਤੇ ਕਾਠੀਆਂ ਪਾ ਲਈਆਂ। ਆਪ ਚੜਨ ਕੀ ਤਿਆਰੀ ਕੀਨ ਚਲਿਓ ਬਰਸੰਗ ਤਬੈ ਖਤਰੀਨ। ਉਸ ਵੇਲੇ ਆਪ ਚੜ ਗਿਆ ਆਪਣੇ ਘੋੜੇ ਤੇ। ਉਹ ਕਈ ਹੁੰਦੇ ਨਾ ਝੋਲੀ ਚੁੱਕ, ਜਿਨ੍ਹਾਂ ਨੂੰ ਬੜਾ ਫਿਕਰ ਹੁੰਦਾ ਹੈ ਕਿ ਕਿਤੇ ਇਹ ਸਾਡੇ ਆਕਾ ਜਿਹੜੇ ਨੇ ਇਹ ਸਾਡੀ ਸੇਵਾ ਤੋਂ ਨਾਰਾਜ਼ ਨਾ ਹੋ ਜਾਣ। ਉਹਨਾਂ ਨੇ ਆ ਕੇ ਕਿਹਾ ਜੀ ਇੱਥੇ ਜਿਨ੍ਹਾਂ ਲੋਕਾਂ ਨੇ ਪੈਸੇ ਨਹੀਂ ਦਿੱਤੇ ਉਹਨਾਂ ਦਾ ਕੀ ਕਰਨਾ ਹੈ। ਆ ਕੇ ਇਹ ਗੱਲ ਦੱਸ ਦਿੱਤੀ ਹੈ। ਇਸ ਪੁਰ ਕੇ ਨੈ ਚੱਲ ਕਰ ਆਏ ਨਹੀਂ ਰਜਤ ਬਣ ਕਿਨਹੂ ਪਠਾਏ। ਕਹਿਣ ਲੱਗੇ ਕਿ ਇਸ ਪਿੰਡ ਦੇ ਲੋਕੀ ਆਏ ਨਹੀਂ, ਕਿਸੇ ਨੇ ਰੁਪਈਏ ਪੈਸੇ ਵੀ ਨਹੀਂ ਦਿੱਤੇ ਤੁਹਾਨੂੰ। ਕਿਸੇ ਅਲੰਭ ਹੰਕਾਰ ਕਰਨ ਤੇ ਬੜੋ ਆਪ ਦੇ ਕਿਸੇ ਲਖਨ ਤੇ। ਇਹਨਾਂ ਲੋਕਾਂ ਨੂੰ ਕਿਸ ਚੀਜ਼ ਦਾ ਮਾਣ ਹੈ ਜਿਹੜੇ ਹਕੂਮਤ ਦੀ ਗੱਲ ਵੀ ਨਹੀਂ ਮੰਨਦੇ, ਤੁਹਾਡੇ ਕਹਿਣ ਤੇ ਆਏ ਨਹੀਂ ਹੈ। ਜਿਸ ਤੇ ਤਰਾਸ ਨ ਧਰੇ ਤੁਮਾਰੋ ਕਹਿ ਕੇ ਹਮ ਲਿਓ ਲਿਓ ਹਾਰੋ। ਤੁਸੀਂ ਅਕਬਰ ਦੇ ਵਜ਼ੀਰ ਹੋ, ਇਹਨਾਂ ਦੇ ਮਨ 'ਚ ਤੁਹਾਡੇ ਪ੍ਰਤੀ ਡਰ ਹੀ ਕੋਈ ਨਹੀਂ ਹੈ। ਦੇਖੋ ਅਕਬਰ ਵੀ ਆਇਆ ਸੀ ਗੋਇੰਦਵਾਲ ਵਿੱਚ, ਲੇਕਿਨ ਅਕਬਰ ਦੇ ਆਉਣ ਦਾ ਤਰੀਕਾ ਹੀ ਕੁਝ ਹੋਰ ਸੀ। ਆਪਾਂ ਬੜੀ ਪੜਚੋਲ ਕਰਕੇ ਦੇਖੀਏ, ਰਾਜੇ ਜਿਹੜੇ ਨੇ ਇੰਨੇ ਮਾੜੇ ਨਹੀਂ ਹੁੰਦੇ, ਉਹਨਾਂ ਦੇ ਸਲਾਹਕਾਰ ਬੜੇ ਮਾੜੇ ਹੁੰਦੇ ਨੇ। ਜਹਾਂਗੀਰ ਦੇ ਸਲਾਹਕਾਰ ਨੇ ਉਹਨਾਂ ਨੂੰ, ਜਾਂ ਸਲਾਹ ਦੇਣ ਵਾਲਿਆਂ ਨੇ ਉਹਨਾਂ ਨੂੰ ਪ੍ਰੇਰਿਆ। ਇਸੇ ਤਰੀਕੇ ਨਾਲ ਹੋਰ ਵੀ ਤੁਸੀਂ ਸਮੇਂ-ਸਮੇਂ ਇਤਿਹਾਸ ਪੜ੍ਹੋਗੇ ਨਾ, ਰਾਜੇ ਤੇ ਜਿਹੜੇ ਹੈ ਹੀ ਨੇ ਕੰਨਾਂ ਤੇ ਕੱਚੇ ਹੁੰਦੇ ਹੀ ਨੇ, ਪਰ ਇੰਨੇ ਮਾੜੇ ਉਹਨਾਂ ਨੂੰ ਸਲਾਹਕਾਰ ਬਣਾ ਦਿੰਦੇ ਨੇ। ਅਕਬਰ ਆਇਆ ਨੰਗੇ ਪੈਰੀ ਗੁਰੂ ਦਰਬਾਰ ਚ ਆਇਆ, ਗੁਰੂ ਕੇ ਲੰਗਰ ਚ ਉਹਨੇ ਪ੍ਰਸ਼ਾਦ ਪਾਣੀ ਛਕਿਆ, ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ, ਅਕਬਰ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਮਿਲਿਆ। ਲੇਕਿਨ ਅੱਗੇ ਜਿਹੜੇ ਕਰਿੰਦੇ ਹੁੰਦੇ ਨਾ, ਉਹ ਜਿਹੜੇ ਨੇ ਉਹ ਆਪਣੇ ਆਪ ਨੂੰ ਕੋਈ ਜ਼ਿਆਦਾ ਤਾਕਤ ਵਰਤ ਕੇ ਲੋਕਾਂ ਨੂੰ ਤੰਗ ਕਰਦੇ ਨੇ। ਆਮ ਆਪਾਂ ਦੇਖਦੇ ਹਾਂ ਅਫਸਰ ਚੰਗੇ ਹੁੰਦੇ ਨੇ, ਪਰ ਜਿਹੜੇ ਅੱਗੇ ਨਹੀਂ ਦਫ਼ਤਰਾਂ 'ਚ ਬੈਠੇ ਹੁੰਦੇ ਐਵੇਂ ਲੋਕਾਂ ਦੀਆਂ ਜੇਬਾਂ ਕੱਟੀ ਚਲੇ ਜਾਂਦੇ ਨੇ। ਜਿੰਨਾ ਛੋਟਾ ਰੁਤਬਾ ਉਹਨਾਂ ਜ਼ਿਆਦਾ ਕਮੀਨੇ ਬੰਦੇ ਬੈਠੇ ਹੁੰਦੇ ਨੇ। ਜਿਹਨੇ ਵੱਡੇ ਹੁੰਦੇ ਨੇ ਉਹ ਤੇ ਹੁੰਦੇ ਹੀ ਨੇ, ਲੇਕਿਨ ਉਹਨਾਂ ਨਾਲੋਂ ਜ਼ਿਆਦਾ ਹੇਠਾਂ ਬੈਠੇ ਹੁੰਦੇ ਨਾ, ਉਹ ਜਿਹੜੀ ਸਤਿਗੁਰੂ ਜੀ ਨੇ ਗੱਲ ਕੀ ਰਾਜੇਸ਼ੀ ਮੁਕੱਦਮ ਕੁੱਤੇ, ਉਹ ਕੁੱਤਿਆਂ ਵਾਲਾ ਰੋਲ ਅਦਾ ਕਰਦੇ ਨੇ। ਇਸੇ ਤਰੀਕੇ ਦੇ ਨਾਲ ਇਹ ਆਇਆ ਹੈ, ਲੇਕਿਨ ਇਹਨੇ ਆਪਣਾ ਸੁਭਾਅ ਵਰਤਿਆ, ਲੋਕਾਂ ਪਾਸੋਂ ਜ਼ਬਰਦਸਤੀ ਪੈਸੇ ਇਕੱਠੇ ਕਰ ਰਹੇ ਆ। ਔਰ ਗੁਰੂ ਸਾਹਿਬ ਜੀ ਦੇ ਇਸ ਨਗਰ 'ਚ ਵੀ ਆ ਕੇ ਜ਼ੋਰ ਜ਼ੁਲਮ ਕਰਨ ਲੱਗਾ, ਲੇਕਿਨ ਇਹਦਾ ਚੱਲਿਆ ਨਾ। ਉਹ ਸਲਾਹ ਕਰਨੇ ਗਿਆ ਕਿ ਪਿੰਡ ਦੇ ਲੋਕ ਤੇ ਆਏ ਨਹੀਂ ਤੁਹਾਨੂੰ ਪੈਸੇ ਦੇਣ ਲਈ, ਇਹਨਾਂ ਦਾ ਕੀ ਕੀਤਾ ਜਾਵੇਗਾ। ਜਿਸ ਤੇ ਤਰਾਸ ਨ ਧਰੇ ਤੁਮਾਰੋ ਕਹਿ ਕੇ ਹਮ ਤੇ ਲਿਓ ਆਹਾਰੋ। ਇਹ ਤੁਹਾਡੇ ਕੋਲ ਡਰਦੇ ਹੀ ਨਹੀਂ, ਤੁਸੀਂ ਪੈਸੇ ਮੰਗੇ ਕਹਿੰਦੇ ਰੋਟੀ ਖਾ ਲਓ ਜੇ ਖਾਣੀ ਹੈ, ਰਾਸ਼ਨ ਲੈ ਲਓ ਜੇ ਲੈਣਾ। ਇਹਨਾਂ ਤੁਹਾਡਾ ਕਹਿਣਾ ਹੀ ਨਹੀਂ ਮੰਨਿਆ। ਸੁਨ ਕਰ ਕਹਿਓ ਵੀਰ ਬਲ ਤਬੈ ਭਈ ਸ਼ੀਗਰ ਚਾਲੇ ਚੜਿਆ ਬੈ। ਵੀਰਵਾਰ ਕਹਿਣ ਲੱਗਾ ਹੁਣ ਬੜੀ ਜਲਦੀ ਮੈਨੂੰ ਜਾਣਾ ਪੈਣਾ, ਹੁਣ ਮੈਂ ਰੁਕ ਨਹੀਂ ਸਕਦਾ। ਹਟ ਕੇ ਆਵੇ ਜਾਵੇ ਸਬੁਰ ਕੋ ਕਰੇ ਬਿਲੋਕਨ ਤਬ ਹਮ ਗੁਰ ਕੋ। ਵਾਪਸ ਜਦੋਂ ਆਵਾਂਗੇ ਉਦੋਂ ਇਹਨਾਂ ਨੂੰ ਦੇਖ ਲਵਾਂਗੇ, ਇਹਨਾਂ ਪਾਸੋਂ ਪੈਸੇ ਵੀ ਲਵਾਂਗੇ, ਸਜ਼ਾ ਵੀ ਦੇਵਾਂਗੇ। ਅਬ ਤੇ 10 ਗੁਣਾ ਤਨ ਲੈ ਹੈ ਅਬਰ ਸਜਾਏ ਕਛੂ ਇਨ ਦੇਹ। ਹੁਣ ਨਾਲੋਂ 10 ਗੁਣਾ ਜ਼ਿਆਦਾ ਇਹਨਾਂ ਕੋਲ ਪੈਸੇ ਲਵਾਂਗੇ, ਸਜ਼ਾ ਵੀ ਦੇਵਾਂਗੇ। ਨੈ ਰਾਖੀ ਮੇਰੀ ਬੜਿਆਈ ਮਿਲੇ ਨ ਦਿਓ ਦਰਬ ਸਮੁਦਾਈ। ਇਹਨਾਂ ਮੇਰੀ ਇੱਜ਼ਤ ਨਹੀਂ ਕੀਤੀ, ਹੁਣ ਇਹਨਾਂ ਨੇ ਪੈਸੇ ਦਿੱਤੇ ਨੇ, ਫਿਰ ਇਹਨਾਂ ਪਾਸੋਂ ਸਾਰਾ ਹੀ ਧਨ ਖੋ ਲਵਾਂਗੇ। ਇਹ ਮੇਕ ਨਰ ਜੋ ਸੋ ਭਾਖ ਬਠਾਇਓ ਆਪ ਰੂਡਿਓ ਪੰਥ ਸਿਧਾਇਓ। ਇਸ ਤਰ੍ਹਾਂ ਕਹਿ ਕੇ ਇਹ ਆਪ ਅਸਵਾਰ ਹੋ ਕੇ ਆਪਣੀ ਫੌਜ ਨੂੰ ਲੈ ਕੇ ਚੱਲ ਪਿਆ। ਸ਼ੀਗਰ ਕਰਦੀ ਲਸ਼ਕਰ ਚਾਲਾ ਦੂਰ ਵਿਸਾਲ ਸਵਰ ਕੋ ਘਾਲਾ। ਬੜੀ ਤੇਜ਼ੀ ਦੇ ਨਾਲ ਆਪਣੀ ਫੌਜ ਲੈ ਕੇ ਲੰਬੇ ਸਫ਼ਰ ਤੇ ਇਹ ਚੱਲ ਪਿਆ ਹੈ। ਸੋ ਨਰ ਚੱਲ ਕਰ ਗੁਰ ਟਿਕ ਆਇਓ ਕਹਿਓ ਵੀਰ ਬਲ ਕੇਰ ਸੁਨਾਇਓ। ਉਹ ਜੋ ਬੀਰਬਲ ਨੇ ਕਿਹਾ, ਉੱਥੇ ਗੁਰੂ ਕਾ ਵੀ ਇੱਕ ਵਿਅਕਤੀ ਖੜਾ ਸੀ, ਸੁਣੀ ਉਹਨੇ ਗੱਲ, ਉਹ ਸਾਰੀ ਗੱਲ ਬਸ ਸਤਿਗੁਰੂ ਜੀ ਨੂੰ ਆ ਕੇ ਦੱਸ ਦਿੱਤੀ ਹੈ। ਤੁਮ ਪਰ ਹੋਇਓ ਕ੍ਰੋਧ ਗਨੇਰੇ ਦਿਓ ਸਜਾਏ ਆਏ ਜਿਸ ਬੇਰੇ। ਸਤਿਗੁਰੂ ਜੀ ਉਹ ਬਹੁਤ ਗੁੱਸੇ 'ਚ ਹੈ, ਉਹ ਕਹਿੰਦੇ ਜਦੋਂ ਵਾਪਸ ਆਵਾਂਗਾ ਤੁਹਾਨੂੰ ਬਹੁਤ ਵੱਡੀ ਸਜ਼ਾ ਦੇਵਾਂਗਾ। ਕਿਉਂ ਨਾ ਚਾਹਿਓ ਆਪਨ ਭਲੇਰਾ ਮਿਲੇ ਕਿਉਂ ਨਾ ਦਰਬ ਵਡੇਰਾ। ਔਰ ਤੁਸੀਂ ਆਪਣਾ ਭਲਾ ਨਹੀਂ ਸੋਚਿਆ, ਉਹਨੂੰ ਮਿਲ ਜਾਂਦੇ ਤੇ ਫਿਰ ਉਹਨੇ ਨਾਰਾਜ਼ ਨਹੀਂ ਸੀ ਹੋਣਾ, ਇਸ ਕਰਕੇ ਉਹਨੂੰ ਧਨ ਨਹੀਂ ਮਿਲਿਆ, ਉਹ ਨਾਰਾਜ਼ ਹੋ ਗਿਆ ਹੈ। ਹਟਿਆ ਮੈਂ ਬੋਦੇ ਬੇਖਾਦਾ ਕਰੇ ਕੈਦ ਧਨ ਲੈ ਬਹੁ ਬਾਦਾ। ਮਹਾਰਾਜ ਜਦੋਂ ਵਾਪਸ ਆਇਆ ਉਹ ਬੜਾ ਤੰਗ ਕਰੇਗਾ, ਬੜਾ ਇੱਥੇ ਆ ਕੇ ਉਹ ਜ਼ੁਲਮ ਕਰੇਗਾ, ਪੈਸੇ ਵੀ ਲਏਗਾ, ਤੰਗ ਵੀ ਕਰੇਗਾ। ਬੋਲੇ ਅਮਰ ਗੁਰੂ ਸੁਨ ਸੋਏ ਹਨ ਆਮਨੇ ਸਕੋ ਹੋਏ। ਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਆਏਗਾ ਤੇ ਤਾਂ ਹੀ ਕਰੇਗਾ ਨਾ, ਜੇ ਤੇ ਗਿਆ ਹੀ ਹੈ।
ਜਦ ਆਏਗਾ ਦੇਖੀ ਜਾਏਗੀ, ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਬਰਫ ਸੰਗ ਤੇ ਠੰਡ ਘਰ ਜਾਏ, ਹੰਕਾਰੀ ਨੇ ਜੀਵਨ ਪਾਏ। ਸਤਿਗੁਰੂ ਜੀ ਜਾਣਦੇ ਨੇ ਇਹਦੇ ਭਵਿੱਖ ਨੂੰ। ਜਿਸ ਇਲਾਕੇ ਜਾ ਰਿਹਾ ਬੜਾ ਬਰਫੀਲਾ ਇਲਾਕਾ ਹੈ, ਹੁਣ ਵੀ ਆਪਾਂ ਦੇਖਦੇ ਹਾਂ ਆਪਣੇ ਬਾਰਡਰ ਤੇ ਕਾਰਗਰ ਵਰਗਾ ਇਲਾਕਾ ਹੈ, ਔਰ ਉੱਪਰ ਜਿਹੜੇ ਬਰਫ ਹੀ ਪੈਂਦੀ ਹਰ ਵੇਲੇ, ਉਹਨਾਂ ਥਾਵਾਂ ਤੇ ਕਿੰਨੀ ਕਿੰਨੀ ਤਗੜੀ ਬਰਫ ਪੈਂਦੀ ਬਾਰਡਰਾਂ ਦੇ ਉੱਪਰ, ਉੱਥੇ ਫੌਜੀ ਬੈਠੇ ਨੇ। ਇਹੋ ਜਿਹੇ ਇਲਾਕੇ 'ਚ ਇਹ ਜਾ ਰਹੇ ਹੈ। ਸਤਿਗੁਰੂ ਜੀ ਕਹਿੰਦੇ ਉਸ ਇਲਾਕੇ 'ਚੋਂ ਜੋ ਮੁੜ ਕੇ ਆਏਗਾ ਤਾਂ ਹੀ ਹੈ ਨਾ, ਹੋ ਸਕਦਾ ਇਹ ਵਾਪਸੀ ਨਾ ਆਏ ਇੱਧਰ ਨੂੰ। ਚਿਤਵੈ ਬੁਰਾ ਗੁਰੂ ਘਰ ਸੰਗ, ਕਿਮ ਠਹਿਰੇ ਤੂਰਨ ਹੋਏ ਭੰਗ। ਜਿਹੜਾ ਬਿਨਾਂ ਹੀ ਕਾਰਨ ਤੋਂ ਲੋਕਾਂ ਦਾ ਬੁਰਾ ਚਿਤਵੇ ਨਾ, ਦਰਅਸਲ ਉਹਦਾ ਆਪਣਾ ਭਲਾ ਕਿਵੇਂ ਹੋ ਸਕਦਾ ਹੈ। ਇਮ ਕਹਿ ਤੂਸ਼ਨ ਪਏ ਗੁਸਾਈ, ਗਇਓ ਬਿਪਰ ਤੁਰਕਨ ਪਰ ਧਾਈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁੱਪ ਕਰ ਗਏ। ਉਹ ਬ੍ਰਾਹਮਣ ਬੀਰਬਲ ਜਿਹੜਾ ਸੀ, ਉਹ ਪਠਾਣਾ ਨੇ ਜਿਸ ਇਲਾਕੇ 'ਚ ਬਗਾਵਤ ਕੀਤੀ ਸੀ ਉਸ ਇਲਾਕੇ ਨੂੰ ਚੱਲ ਪਿਆ। ਇੱਕ ਦੋਏ ਜੰਗ ਅਖਾੜੇ ਪਏ, ਬਰਫ ਗਿਰਨ ਮੈਂ ਸਭ ਧਸ ਗਏ। ਇੱਕ ਦੋ ਜਾ ਕੇ ਇਹਨੇ ਇੱਕ ਅੱਧਾ ਦਿਨ ਜੰਗ ਕੀਤੀ ਹੈ, ਕਰਨੀ ਰੱਬ ਦੀ। ਬਰਫ ਦੇ ਗਲੇਸ਼ੀਅਰ ਡਿੱਗ ਪਏ ਔਰ ਇਹਦੀ ਫੌਜ ਉਹਦੇ ਵਿੱਚ ਦੱਬੀ ਗਈ। ਨਾਕ ਸੀਤ ਤੇ ਠਰ ਗਿਰ ਪਰਿਓ, ਦੁੰਦਬ ਤਬੈ ਬਜਾਵਨ ਕਰਿਓ। ਔਰ ਇੰਨੀ ਠੰਡ ਸੀ, ਹੱਥ ਪੈਰ ਇਹਦੇ ਸੁੰਨ ਹੋਣੇ ਸ਼ੁਰੂ ਹੋ ਗਏ। ਇਹਨੇ ਉਸ ਵੇਲੇ ਨਗਾਰਾ ਵਜਾਤਾ ਉੱਥੋਂ ਵਾਪਸ ਮੁੜਨ ਦਾ। ਪਈ ਬਰਫ ਨਭ ਬਰਫਾ ਘਨੀ, ਦਬਿਓ ਵੀਰ ਬਲ ਜੁਤ ਸਭ ਅਨੀ। ਪਰ ਮੌਸਮ ਇਹੋ ਜਿਹਾ ਬਣਿਆ ਕਿ ਲਗਾਤਾਰ ਬਰਫ਼ ਪੈਂਦੀ ਰਹੀ। ਇਹਦੀ ਫੌਜ, ਕਈ ਇਤਿਹਾਸਕਾਰ ਤਾਂ ਕਹਿੰਦੇ ਸਾਰੀ, ਕਈਆਂ ਨੇ ਕਿਹਾ ਕਿ ਕਾਫੀ ਸਾਰੀ ਫੌਜ ਇਹਦੀ ਉੱਥੇ ਦੱਬੀ ਗਈ, ਆਪ ਹੀ ਉਹਦੇ ਵਿੱਚ ਇਹ ਦੱਬ ਕੇ ਮਰ ਗਿਆ। ਗੁਰ ਕੋ ਬਾਗ ਸਦਾ ਸੁਫਲਾਵੇ, ਨਹੀਂ ਸੁਰਾ ਸੁਰੋ ਕੋ ਉਲਟਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਸੱਚ ਹੋ ਗਏ। ਦਰਅਸਲ ਸਤਿਗੁਰੂ ਜੀ ਇਹਦੇ ਭਵਿੱਖ ਨੂੰ ਜਾਣਦੇ ਸਨ, ਅੰਤਰਜਾਮੀ ਸਨ। ਸਤਿਗੁਰੂ ਜੀ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਕਿ ਸਤਿਗੁਰੂ ਜੀ ਨੇ ਸਰਾਪ ਦਿੱਤਾ ਤੇ ਉਹ ਮਰ ਗਿਆ। ਗਰੀਬ ਨਿਵਾਜ ਸਤਿਗੁਰੂ ਜੀ ਇਹੋ ਜਿਹਾ ਕੰਮ ਨਹੀਂ, ਉਹ ਤੇ ਬੁਰੇ ਦਾ ਵੀ ਭਲਾ ਕਰਦੇ ਨੇ। ਪਰ ਸਤਿਗੁਰੂ ਜੀ ਨੂੰ ਪਤਾ ਸੀ ਕਿ ਇਹਦੇ ਨਾਲ ਜੋ ਵਾਪਰਨਾ ਹੈ ਇਹ ਵਾਪਸ ਨਹੀਂ ਆਏਗਾ। ਐਵੇਂ ਹੰਕਾਰ 'ਚ ਹੀ ਇਹ ਗੱਲਾਂ ਕਰ ਰਿਹਾ ਹੈ। ਇਵੇਂ ਗੁਰੂ ਕੇ ਉਹ ਬਚਨ ਸਫਲ ਹੋ ਗਏ, ਇਹ ਵਾਪਸ ਨਾ ਆਇਆ। ਬਰਫ਼ ਵਿੱਚ ਆਪ ਵੀ ਤੇ ਇਹਦੀ ਬਹੁਤ ਸਾਰੀ ਫੌਜ ਦੱਬ ਕੇ ਮਰ ਗਈ। ਇੱਕ ਦਿਨ ਸਤਿਗੁਰ ਨਿਸਾ ਮੈਂ, ਸੇਜਾਪੁਰ ਸੁਬਤਾਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬੜੇ ਹੀ ਨਿਰਮਾਣ ਸਨ। ਕਦੀ ਸਤਿਗੁਰੂ ਜੀ ਨੇ ਕਿਸੇ ਦੇ ਪ੍ਰਤੀ ਕੋਈ ਕਠੋਰ ਬਚਨ ਵਰਤਿਆ ਹੀ ਨਹੀਂ ਸੀ। ਉਹਨਾਂ ਦੀ ਨਿਮਰਤਾ ਦੇਖੋ ਨਾ, ਬਾਬਾ ਦਾਤੂ ਜੀ ਨਾਰਾਜ਼ ਹੁੰਦੇ ਨੇ, ਲੱਤ ਵੀ ਮਾਰ ਦਿੰਦੇ ਨੇ, ਤੇ ਸਤਿਗੁਰੂ ਜੀ ਨੇ ਕੋਈ ਬਚਨ ਹੀ ਨਹੀਂ ਬੋਲਿਆ, ਸਗੋਂ ਬੜੀ ਨਿਮਰਤਾ ਦੇ ਨਾਲ ਕਹਿੰਦੇ, ਬਾਬਾ ਜੀ ਤੁਹਾਡੇ ਪੈਰਾਂ ਨੂੰ ਸੱਟ ਲੱਗ ਗਈ ਹੋਣੀ ਹੈ, ਲਿਆਓ ਤੁਹਾਡੇ ਚਰਨ ਘੁੱਟ ਦੇਵਾਂ। ਇਹ ਨਿਮਰਤਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ। ਉਹਨਾਂ ਦੀ ਪਵਿੱਤਰ ਬਾਣੀ ਪੜੋ, ਕਿੰਨੇ ਸਤਿਗੁਰੂ ਜੀ ਨੇ ਨਿਰਮਾਣ ਬਚਨ ਆਪਣੀ ਪਵਿੱਤਰ ਬਾਣੀ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਗਾਤਾਰ 12-13 ਸਾਲ ਸੇਵਾ ਕਰਕੇ ਗੁਰੂ ਕੀ ਬਖਸ਼ਿਸ਼ ਨੂੰ ਪ੍ਰਾਪਤ ਕੀਤਾ। ਸੇਵਾ ਕਰਕੇ ਦਰਅਸਲ ਅੰਦਰ ਨਿਮਰਤਾ ਹੁੰਦੀ ਹੈ। ਸੋ ਸਤਿਗੁਰੂ ਜੀ ਹੋਰ ਨਾ ਤਪਸਵੀਆਂ ਵਰਗੇ ਨਹੀਂ ਹੈ, ਧਾਰਮਿਕ ਲੋਕਾਂ ਵਰਗੇ ਨਹੀਂ ਹੈ ਕਿ ਕਿਸੇ ਨੂੰ ਸ਼ਰਾਪ ਦਿੱਤਾ ਤੂੰ ਮਰ ਜਾ ਤੈਨੂੰ ਇਹ ਮਿਲ ਜਾਏ। ਸਤਿਗੁਰੂ ਜੀ ਬੜੇ ਕੋਮਲ ਦਿਨ ਵਾਲੇ ਨੇ ਔਰ ਪਰਉਪਕਾਰੀ ਨੇ। ਗੁਰੂ ਦਾ ਸੁਭਾਅ ਹੁੰਦਾ ਪ੍ਰਮਾਤਮਾ ਵਰਗਾ। ਪ੍ਰਮਾਤਮਾ ਸਰਬੱਤ ਦੇ ਭਲੇ ਦੀ ਗੱਲ ਕਰਦਾ, ਕਿਸੇ ਦੇ ਔਗਣ ਨੂੰ ਵੀ ਨਹੀਂ ਚਿਤਾਰਦਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦੇ ਪ੍ਰਤੀ ਕੋਈ ਇਹ ਬਚਨ ਨਹੀਂ ਕਿਹਾ ਕਿ ਇਹਨੂੰ ਸ਼ਰਾਪ ਦੇ ਦਿੱਤਾ ਹੈ। ਦਰਅਸਲ ਸਤਿਗੁਰੂ ਜੀ ਜਾਣਦੇ ਸਨ ਕਿ ਇਹਦੇ ਹਾਲਾਤ, ਜਿਸ ਇਲਾਕੇ 'ਚ ਜਾ ਰਿਹਾ ਹੈ ਉਸ ਇਲਾਕੇ ਦੇ ਹਾਲਾਤ ਕੀ ਨੇ, ਇਹਦੇ ਨਾਲ ਵਾਪਰਨੀ ਕੀ ਹੈ। ਇਸ ਕਰਕੇ ਉਹ ਜੋ ਸਤਿਗੁਰੂ ਜੀ ਨੇ ਗੱਲ ਕਹੀ ਉਹੀ ਹੋਈ। ਇਹ ਉਧਰ ਖਤਮ ਹੋ ਗਿਆ, ਦੀ ਫੌਜ ਵੀ ਖਤਮ ਹੋ ਗਈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸਦੇ ਕਿ ਸਤਿਗੁਰੂ ਜੀ ਗੋਇੰਦਵਾਲ 'ਚ ਬੈਠੇ ਨੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਕੀਰਤੀ ਕਰਦੇ ਆ, ਭੱਟਾ ਨੇ ਗੱਲ ਕਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਘਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਨੰਤ ਨਾ ਆਵੇ, ਰਬ ਸੰਸਕਰਣ ਉਦਰ ਸਾਗਰ ਕੋ, ਉਧਰ ਉਧਰ ਗਿਆਨ ਭਗ ਜੋ ਪਾਵੇ, ਉਧਰ ਉਧਰ ਗਿਆਨ ਸਤਿਗੁਰੂ ਕੀ ਕਬ ਜਨ ਭਲ ਉਨਹਿ ਜੋ ਗਾਵੇ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹਿ ਬਨ ਆਵੇ। ਘਨ ਹਰ ਦਾ ਅਰਥ ਹੁੰਦਾ ਬੱਦਲ ਜਿਹੜੇ ਵਰਦੇ ਨੇ, ਬੱਦਲਾਂ ਦੀਆਂ ਬੂੰਦਾਂ ਡਿੱਗਦੀਆਂ ਨੇ ਆਕਾਸ਼ ਵਿੱਚੋਂ, ਜਾਂ ਇੰਨੇ ਬਨਸਪਤੀ ਵਿੱਚ ਫੁੱਲ ਖਿੜੇ ਨੇ, ਪ੍ਰਕਿਰਤੀ ਖਿੜੀ ਹੈ, ਤਰੇਲ ਦੀਆਂ ਬੂੰਦਾਂ ਨੇ, ਸਮੁੰਦਰ ਦੀਆਂ ਲਹਿਰਾਂ ਨੇ, ਗੰਗਾ ਦੀਆਂ ਤਰੰਗਾਂ ਨੇ, ਸਮੁੰਦਰ ਦੀਆਂ ਡੁੰਗਾਈਆਂ ਨੇ। ਔਰ ਸਤਿਗੁਰੂ ਜੀ ਦੀ ਵਡਿਆਈ ਕਰਦਿਆਂ ਭੱਟ ਕਹਿੰਦੇ ਕੋਈ ਬੰਦਾ ਸ਼ਿਵ ਜੀ ਵਰਗੀ ਅਕੱਟ ਸਮਾਧੀ ਲਾ ਕੇ ਇਹਨਾਂ ਨੂੰ ਗਿਣ ਲਏ ਤੇ ਗਿਣ ਹੀ ਲਏ, ਲੇਕਿਨ ਭਲੇ ਅਮਰਦਾਸ ਗੁਣ ਤੇਰੇ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਜਿਹੜੇ ਗੁਣ ਨੇ ਇਹਨਾਂ ਨੂੰ ਕੋਈ ਗਿਣ ਨਹੀਂ ਸਕਦਾ, ਇਹਨਾਂ ਦੀ ਕੋਈ ਪੂਰਨ ਤੌਰ ਤੇ ਅੰਤ ਨਹੀਂ ਪਾ ਸਕਦਾ। ਉਹ ਗਰੀਬ ਨਿਵਾਜ ਸਤਿਗੁਰੂ ਜੀ ਜਿਵੇਂ ਗੋਇੰਦਵਾਲ ਸਾਹਿਬ ਜੀ ਵਿੱਚ ਰਹਿ ਕੇ ਪਰਉਪਕਾਰ ਕਰ ਰਹੇ ਨੇ,
ਭਾਈ ਸਾਹਿਬ ਜੀ ਕਹਿੰਦੇ ਇੱਕ ਦਿਨ ਇੱਕ ਘਟਨਾ ਵਾਪਰੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਨੇ ਔਰ ਇਸ ਤਰੀਕੇ ਦੇ ਨਾਲ ਇੱਕ ਦਿਨ ਸਤਿਗੁਰੂ ਨਿਸ਼ਾ ਮੈਂ ਸਹਿਜਾਪੁਰ ਸੁਪਤਾਏ ਰਾਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਤੇ ਵਿਰਾਜਮਾਨ ਸਨ। ਕੂਕ ਪੁਕਾਰੀ ਨਾਰੇਕ ਸਗਰੀ ਪੁਰੀ ਸੁਨਾਏ। ਇੱਕ ਬੀਬੀ ਦੇ ਰੋਣ ਦੀ ਆਵਾਜ਼ ਆਈ। ਹੁਣ ਰਾਤ ਨੂੰ ਦੇਖੋ ਕਿੰਨੀ ਉੱਚੀ ਆਵਾਜ਼ ਹੁੰਦੀ ਹੈ, ਇਕਾਂਤ ਹੁੰਦੀ ਹੈ, ਟਿਕਾ ਹੁੰਦਾ ਹੈ ਤੇ ਸਾਰੇ ਨਗਰ ਦੇ ਵਿੱਚ ਉਹਦਾ ਇਹ ਚੀਕ ਚਿਹਾੜਾ ਜਿਹਾ ਸੁਣਿਆ ਹੈ ਲੋਕਾਂ ਨੇ। ਗੁਰ ਕੇ ਖੁੱਲੇ ਸੁਨਤ ਹੀ ਨੈਣ ਬੋਲੇ ਦਾਸ ਸੰਗ ਸੁਖ ਦੇਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੀ ਉਸ ਵੇਲੇ ਨੀਂਦ ਖੁੱਲ ਗਈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬੜੀ ਦੁਖਦਾਈ ਜੀ ਚੀਕ ਪੁਕਾਰ ਸੁਣੀ ਤੇ ਆਪਣੇ ਸੇਵਕ ਭਾਈ ਬੱਲੂ ਜੀ ਨੂੰ ਸਤਿਗੁਰੂ ਜੀ ਪੁੱਛਦੇ ਹਨ, ਕੌਣ ਅਚਾਨਕ ਕੀਨ ਪੁਕਾਰੀ ਕਿਸ ਤੇ ਦੁਖ ਪਾਇਓ ਇਸ ਨਾਰੀ। ਭਾਈ ਕੌਣ ਹੈ? ਬੀਬੀ ਕੋਈ ਰੋ ਰਹੀ ਹੈ। ਕਿੰਨੇ ਉਹਨੂੰ ਦੁਖੀ ਕੀਤਾ? ਐਡੀ ਉਹਦੀ ਦੁਖਦਾਈ ਆਵਾਜ਼ ਚੀਕ ਚਿਹਾੜਾ ਜਿਹਾ ਸੁਣ ਰਿਹਾ। ਕਾਰਨ ਕੀ ਹੈ? ਸੁਨ ਬੱਲੂ ਨੇ ਤਬੈ ਬਤਾਈ ਪੁੱਤਰ ਪੁੱਤਰ ਕਹਿ ਕੋ ਬਿਲਲਾਈ। ਭਾਈ ਬੱਲੂ ਜੀ ਕਹਿਣਗੇ ਸਤਿਗੁਰੂ ਜੀ ਕੋਈ ਬਿਰਧ ਮਾਤਾ ਹੈ, ਮਾਈ ਹੈ, ਉਹ ਪੁੱਤਰ ਪੁੱਤਰ ਕਹਿ ਕੇ ਰੋ ਰਹੀ ਹੈ। ਲੱਗਦਾ ਹੈ ਕਿਸੇ ਦੇ ਪੁੱਤਰ ਨੂੰ ਕੁਝ ਹੋ ਗਿਆ ਹੈ। ਕਹਾਂ ਬਇਓ ਕੁਛ ਜਾਏ ਨਾ ਜਾਣਾ ਨੰਦਨ ਦੁਖੀ ਤੇ ਹੱਥ ਪਾ ਪ੍ਰਾਨਾ। ਮਹਾਰਾਜ ਜੀ ਪਤਾ ਨਹੀਂ ਕੀ ਹੋਇਆ, ਪਤਾ ਕਰ ਲੈਂਦੇ ਆ ਪਰ ਇਹ ਤੇ ਲੱਗਦਾ ਹੈ ਕਿ ਜੋ ਵੀ ਰੋ ਰਹੀ ਹੈ ਮਾਤਾ ਬੀਬੀ ਉਹ ਆਪਣੇ ਪੁੱਤਰ ਦੇ ਦੁੱਖ ਕਰਕੇ ਰੋ ਰਹੀ ਹੈ। ਪਤਾ ਕਰਦੇ ਆ ਭਾਈ ਬੱਲੂ ਜੀ ਜਿਵੇਂ ਪਤਾ ਕਰਨਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਵਾਰਤਾ ਦੱਸਣਗੇ। ਜੋ ਘਟਨਾ ਗੋਇੰਦਵਾਲ ਦੀ ਧਰਤੀ ਤੇ ਵਾਪਰੇਗੀ ਇਹ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਜੋ ਪਰਉਪਕਾਰ ਕੀਤਾ, ਬਖਸ਼ਿਸ਼ ਕੀਤੀ ਇਹਨਾਂ ਜੀਵਾਂ ਤੇ, ਇਹ ਵਾਰਤਾ ਆਪ ਜੀ ਕੱਲ ਨੂੰ ਸਰਵਣ ਕਰੋਗੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਈ ਥਾਂ ਤੇ ਸੰਗਤਾਂ ਅੱਜ ਵੀ ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ, ਜਿਨ੍ਹਾਂ ਦੀ ਛਤਰ ਛਾਇਆ ਚ ਅਸੀਂ ਆਪਣਾ ਜੀਵਨ ਬਤੀਤ ਕਰਦੇ ਹਾਂ। ਗੁਰਬਾਣੀ ਨਾਲ ਜੁੜੀਏ, ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਰਸੀ ਮਨ ਆਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ ਸਰਬੱਤ ਨੂੰ ਸਤਿਗੁਰੂ ਜੀ ਆਪਣੇ ਘਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ਣ ਜੀਓ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।